ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦੇ ਅਨਕ ਵਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਨਾਹ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦਾ ਸਾਹੁ। ਜਿਸ ਪਾਸ ਬੈਠਿਆ ਸੋਹੀਆ, ਸਭਨਾ ਦਾ ਸਾਹੁ। ਜਿਸ ਪਾਸ ਬੈਠਿਆ ਸੋਹੀਆ, ਸਭਨਾ ਦਾ ਸਾਹੁ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਚਰਨ ਕਮਲ ਸਿਉ ਜਾ ਕਾ ਮਨ ਲੀਨਾ, ਸੇ ਜਨ ਤ੍ਰਿਪਤ ਅਘਾਈ। ਗੁਣ ਅਮੋਲ ਜਿਸ ਹਿਰਦੈ ਨਾ ਵਸਿਆ, ਤੇ ਨਰ ਤ੍ਰਿਸਨ ਤ੍ਰਿਖਾਈ। ਚਰਨ ਕਮਲ ਸਿਉ ਜਾ ਕਾ ਮਨ ਲੀਨਾ, ਸੇ ਜਨ ਤ੍ਰਿਪਤ ਅਘਾਈ। ਗੁਣ ਅਮੋਲ ਜਿਸ ਹਿਰਦੈ ਨਾ ਵਸਿਆ, ਤੇ ਨਰ ਤ੍ਰਿਸਨ ਤ੍ਰਿਖਾਈ। ਹਰ ਆਰਾਧੇ ਅਰੋਗ ਅਨਦਾਈ, ਜਿਸਨੋ ਵਿਸਰੈ ਮੇਰਾ ਰਾਮ ਸਨੇਹੀ। ਤਿਸ ਲਾਖ ਬੇਦਨ ਜਨ ਆਈ। ਰਹਾਉ ਜੇਹ ਨਰ ਓਟ ਗਹੀ ਪ੍ਰਭ ਤੇਰੀ, ਸੇ ਸੁਖੀਏ ਪ੍ਰਭ ਸਰਣੇ। ਜੇਹ ਨਰ ਬਿਸਰਿਆ ਪੁਰਖ ਬਿਦਾਤਾ, ਤੇ ਦੁਖੀਆ ਮਹਿ ਗਨਣੇ। ਜੇਹ ਗੁਰ ਮਾਨ ਪ੍ਰਭੂ ਲਿਵ ਲਾਈ, ਤੇਹ ਮਹਾ ਆਨੰਦ ਰਸ ਕਰਿਆ। ਜੇਹ ਪ੍ਰਭੂ ਬਿਸਾਰ ਗੁਰ ਤੇ ਬੇਮੁਖਾਈ, ਤੇ ਨਰਕ ਘੋਰ ਮਹਿ ਪਰਿਆ। ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੋ ਹੀ ਵਰਤਾਰਾ। ਨਾਨਕ ਸਹਿ ਪਕਰੀ ਸੰਤਨ ਕੀ, ਹਿਰਦੈ ਭਏ ਮਗਨ ਚਰਨਾਰਾ।
ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੋ ਹੀ ਵਰਤਾਰਾ। ਨਾਨਕ ਸਹ ਪਕਰੀ ਸੰਤਨ ਕੀ, ਹਿਰਦੈ ਭਏ ਮਗਨ ਚਰਨਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਡਭਾਗੇ ਹੋ, ਜੋ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏਮਾਨ ਸਤਿਗੁਰੂ ਗਰੀਬ ਨਵਾਜ ਗੁਰੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਸੱਚਖੰਡੀ ਸੰਗਤ ਦੇ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਮੁੱਚੀ ਕਾਇਨਾਤ ਦੇ ਲਈ ਸਾਂਝਾ ਉਪਦੇਸ਼ ਮੁੱਖ ਵਾਕ ਦੇ ਰੂਪ ਵਿੱਚ ਜੋ ਅੰਮ੍ਰਿਤ ਵੇਲੇ ਬਖਸ਼ਿਸ਼ ਹੋਏ ਹੈ, ਤਿਸ ਦੀ ਵਿਚਾਰ ਸਰਵਣ ਕਰਨ ਦੇ ਲਈ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ, ਜਿੱਥੇ ਦੂਰੋਂ ਨੇੜੋਂ ਚੱਲ ਕੇ ਆਪ ਸੰਗਤਾਂ ਪੁੱਜੇ ਹੋ, ਦੇਸ਼ ਵਿਦੇਸ਼ ਰਾਹੀਂ ਉੱਥੇ ਘਰਾਂ ਵਿੱਚ ਬੈਠ ਕੇ ਚੈਨਲ ਮਾਧਿਅਮ ਰਾਹੀਂ ਵੀ ਸਰਵਣ ਕਰ ਰਹੇ ਹੋ, ਵਡਭਾਗੇ ਹੋ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਤਰੁੱਠ ਕਰਕੇ ਅੱਜ ਦਾ ਇਹ ਪਵਿੱਤਰ ਮੁੱਖ ਵਾਕ ਸੋਰਠ ਰਾਗ ਦੇ ਵਿੱਚੋਂ ਬਖਸ਼ਿਸ਼ ਕੀਤਾ ਹੈ। ਇਸ ਪਵਿੱਤਰ ਮੁੱਖ ਵਾਕ ਨੂੰ ਸਤਿਗੁਰੂ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 612 ਤੋਂ ਲੈ ਕਰਕੇ 613 ਤੱਕ ਅੰਕਿਤ ਕੀਤਾ ਹੈ। ਇਸ ਪਾਵਨ ਸ਼ਬਦ ਦੇ ਅੰਦਰ ਨਾਮ ਜਪਣ ਦਾ ਕੀ ਫਲ ਹੈ ਤੇ ਨਾਮ ਨੂੰ ਵਿਸਾਰਨ ਦੇ ਨਾਲ ਕੀ ਦੁੱਖ ਹੈ, ਇਹ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਚਿੱਤ ਦੀਆਂ ਬਿਰਤੀਆਂ ਨੂੰ ਇਕਾਗਰ ਕਰੀਏ। ਇਕਾਗਰਤਾ ਬਣਾਉਣ ਦੇ ਲਈ ਗੁਰੂ ਬਖਸ਼ਿਆ ਗੁਰਮੰਤਰ ਸਾਰੀ ਸੰਗਤ ਰਸਨਾ ਤੋਂ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਚਰਨ ਕਮਲ ਸਿਓ ਜਾ ਕਾ ਮਨ ਲੀਨਾ, ਸੇ ਜਨ ਤ੍ਰਿਪਤ ਅਗਾਈ। ਚਰਨ ਕਮਲ ਸਿਉ ਜਾ ਕਾ ਮਨ ਲੀਨਾ। ਜਾ ਕਾ ਜਿਸ ਦਾ ਮਨ ਪ੍ਰਭੂ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਵਿੱਚ ਲੀਨ ਹੋ ਗਿਆ। ਭਾਵ ਜਿਸ ਦਾ ਮਨ, ਜਿਸ ਦੀ ਸੁਰਤੀ ਉਹ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਲੀਨ ਹੋ ਗਈ ਹੈ, ਇੱਕਮਿਕ ਹੋ ਗਈ ਹੈ। ਹੁਣ ਇੱਥੇ ਜਗਿਆਸੂ ਦਾ ਸਵਾਲ ਹੋਵੇਗਾ, ਚਰਨ ਕਿਹੜੇ ਨੇ? ਜਦ ਆਪਾਂ ਚਰਨਾਂ ਬਾਬਤ ਵਿਚਾਰ ਕਰਦੇ ਹਾਂ, ਚਰਨ ਕਿਸ ਦਾ ਏ, ਕਿਸ ਦੇ ਚਰਨਾਂ ਦਾ ਧਿਆਨ ਧਰੀਏ, ਤਾਂ ਪਾਵਨ ਸਤਿਗੁਰੂ ਜੀ ਦੀ ਬਾਣੀ ਦੇ ਵਿੱਚੋਂ ਸਾਨੂੰ ਉਪਦੇਸ਼ ਮਿਲਦਾ ਹੈ ਕਿ ਉਹ ਵਾਹਿਗੁਰੂ ਸਰਗੁਣ ਤੇ ਨਿਰਗੁਣ ਹੈ। ਨਿਰਗੁਣ ਆਪ, ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਉਹ ਆਪ ਹੀ ਆਪਣੇ ਪਿਆਰਿਆਂ ਦੇ ਉਧਾਰ ਲਈ, ਆਪਣੇ ਭਗਤਾਂ ਦੇ ਕਾਰਜ ਸਵਾਰਨ ਲਈ ਨਿਰਗੁਣ ਤੋਂ ਸਰਗੁਣ ਸਰੂਪ ਧਾਰਨ ਕਰਦਾ ਹੈ।
ਸਮੇਂ ਸਮੇਂ ਜਿਵੇਂ ਬਾਣੀ ਦਾ ਬਚਨ ਸਤਿਯੁਗ ਤੈ ਮਾਣਿਓ ਛਲਿਓ ਬਾਲ ਬਾਵਨ ਭਾਇਓ, ਤ੍ਰੇਤਾ ਤੈ ਮਾਣਿਓ ਰਾਮ ਰਘੁਵੰਸ ਕਹਾਇਓ, ਦੁਆਪਰ ਤੈ ਮਾਣਿਓ। ਸਤਿਗੁਰੂ ਮਹਾਰਾਜ ਨੇ ਇਹ ਸਾਰੇ ਯੁੱਗਾਂ ਦਾ, ਸਤਿਯੁਗ ਦਾ, ਤ੍ਰੇਤੇ ਦਾ, ਦੁਆਪਰ ਦਾ, ਕਲਯੁਗ ਦਾ ਜ਼ਿਕਰ ਕੀਤਾ ਹੈ। ਜਿੱਥੇ ਸਿੱਖੀ ਦੀ ਵਿਚਾਰ ਹੈ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਉਹ ਨਿਰਾਕਾਰ ਅਕਾਲ ਪੁਰਖ ਵਾਹਿਗੁਰੂ ਨੇ ਜਗਤ ਜੀਆਂ ਦੀ ਪੁਕਾਰ ਸੁਣ ਕੇ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਧਰਤੀ ਦੀ ਪੁਕਾਰ ਸੁਣੀ ਕਲਮਲ ਹੋਈ, ਮੇਦਨੀ ਅਰਦਾਸ ਕਰੇ ਲਿਵ ਲਾਏ। ਪਾਪਾਂ ਨਾਲ ਦੁਖੀ ਹੋਈ ਨਿਗੜਦੀ ਹੋਈ ਧਰਤੀ ਨੇ ਅਰਦਾਸਾਂ ਕੀਤੀਆਂ ਤਾਂ ਉਹ ਨਿਰਗੁਣ ਬ੍ਰਹਮ ਨੇ ਬੇਨਤੀ ਸੁਣ ਕੇ ਸਾਕਾਰ ਰੂਪ ਸਰਗੁਣ ਸਰੂਪ ਗੁਰੂ ਨਾਨਕ ਰੂਪ ਧਾਰਿਆ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਫਿਰ ਗੁਰੂ ਨਾਨਕ ਤੋਂ ਬਾਅਦ ਤਾਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਫਿਰ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋ ਨੈਣ। ਪੰਜ ਪਿਆਲੇ ਪੰਜ ਪੀਰ ਸਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਪੁੱਛਣ ਸਿੱਖ ਅਰਦਾਸ ਕਰ, ਛੇ ਮਹਿਲਾਂ ਤੱਕ ਦਰਸ ਨਿਹਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। 10 ਜਾਮੇ ਸਤਿਗੁਰੂ ਜੀ ਨੇ ਸਰਗੁਣ ਸਰੂਪ ਦੇ ਵਿੱਚ ਧਾਰਨ ਕੀਤੇ। ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 10 ਜਾਮਿਆਂ 'ਚ ਵਰਤ ਕੇ ਸਿੱਖ ਨੂੰ ਸ਼ਬਦ ਦੇ ਲੜ ਲਾਇਆ। ਆਗਿਆ ਭਈ ਅਕਾਲ ਕੀ ਤਵੇ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ। 10 ਪਾਤਸ਼ਾਹੀਆਂ ਦਾ ਪ੍ਰਤੱਖ ਸਰੂਪ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਬਦ ਗੁਰੂ ਦੇ ਲੜ ਲਾਇਆ। ਭਾਵ ਇੱਕੋ ਨਿਰਗੁਣ ਬ੍ਰਹਮ, ਦੂਸਰਾ ਉਸੇ ਦੇ 10 ਜਾਮੇ ਸਰਗੁਣ ਸਰੂਪ, ਤੀਸਰਾ ਸ਼ਬਦ ਰੂਪ। 3 ਰੂਪ ਹੈ ਮੋਹਿ ਕੇ ਸੁਣੋ ਆਨੰਦ ਚਿਤ ਲਾਏ। ਭਾਈ ਨੰਦ ਲਾਲ ਨੂੰ 3 ਰੂਪ ਦੱਸੇ ਮਹਾਰਾਜ ਨੇ। ਇਹ ਤਿੰਨਾਂ ਦੇ ਚਰਨਾਂ ਦੇ ਬਾਬਤ ਜਦੋਂ ਵਿਚਾਰ ਆਉਂਦੀ ਹੈ, ਜਦੋਂ ਤਾਂ ਆਪਾਂ ਵਿਚਾਰ ਕਰਦੇ ਹਾਂ ਸਰਗੁਣ ਸਰੂਪ ਦੀ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ, ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਦਾ ਧਿਆਨ, ਭਾਈ ਗੋਂਦੇ ਦਾ ਇਤਿਹਾਸ ਆਉਂਦਾ ਵੀ ਕਾਬਲ ਦੀ ਧਰਤੀ ਤੇ ਪ੍ਰਚਾਰ ਕਰਨ ਲਈ ਸਤਿਗੁਰਾਂ ਨੇ ਭੇਜਿਆ। ਕਿੱਥੇ ਕਾਬਲ ਦੀ ਧਰਤੀ ਤੇ ਭਾਈ ਗੋਂਦਾ, ਕਿੱਥੇ ਇੱਥੇ ਪੰਜਾਬ ਦੇ ਵਿੱਚ ਸਤਿਗੁਰੂ ਜੀ। ਉੱਥੋਂ ਕਾਬਲ ਦੀ ਧਰਤੀ ਤੋਂ ਬੈਠਾ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰੀ ਬੈਠਾ ਹੈ। ਇਧਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਚੌਂਕੜੇ ਵਿੱਚ ਨੇ। ਲਾਂਗਰੀ ਨੇ ਕਿਹਾ ਮਹਾਰਾਜ ਪ੍ਰਸ਼ਾਦਾ ਤਿਆਰ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹਾਲੇ ਅਸੀਂ ਉੱਠ ਨਹੀਂ ਸਕਦੇ। ਤਵਾਰੀ ਗੁਰੂ ਖਾਲਸਾ ਦੇ ਵਿੱਚ ਜ਼ਿਕਰ ਆਉਂਦਾ ਹੈ, ਕੁਝ ਘੜੀਆਂ ਬੀਤਣ ਤੋਂ ਬਾਅਦ ਲਾਂਗਰੀ ਨੇ ਫੇਰ ਬੇਨਤੀ ਕੀਤੀ ਮਹਾਰਾਜ ਨਿਯਮ ਆ, ਪਹਿਲੋਂ ਆਪ ਭੋਗ ਲਾਉਨੇ ਹੋ, ਫੇਰ ਸਾਰੀ ਸੰਗਤ ਪ੍ਰਸ਼ਾਦਾ ਛਕਦੀ ਹੈ, ਪੰਗਤਾਂ ਲੱਗਦੀਆਂ, ਭੋਜਨ ਤਿਆਰ ਹੈ, ਸੰਗਤਾਂ ਭੋਜਨ ਉਡੀਕ ਰਹੀਆਂ, ਮਹਾਰਾਜ ਆਪ ਜੀ ਭੋਗ ਲਾਓ। ਮਹਾਰਾਜ ਫੇਰ ਅਡੋਲ ਬੈਠੇ ਰਹੇ। ਕੁਝ ਸਮਾਂ ਫੇਰ ਬਤੀਤ ਹੋਇਆ, ਦੁਪਹਿਰ ਦਾ ਸਮਾਂ ਹੋ ਆਇਆ, ਸਵੇਰ ਦਾ ਕਿਸੇ ਨੇ ਭੋਜਨ ਨਹੀਂ ਸਕਿਆ, ਨਾ ਸਤਿਗੁਰਾਂ ਨਾ ਸੰਗਤ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਲਾਂਗਰੀ ਨੇ ਤੀਸਰੀ ਵਾਰ ਫੇਰ ਬੇਨਤੀ ਕੀਤੀ। ਮਹਾਰਾਜ ਕਹਿਣ ਲੱਗੇ ਭਾਈ ਗੁਰਸਿੱਖਾ ਅਸੀਂ ਹਾਲੇ ਉੱਠ ਨਹੀਂ ਸਕਦੇ। ਕਹਿਣ ਲੱਗਿਆ ਮਹਾਰਾਜ ਆਪ ਜੀ ਉੱਠ ਕਿਉਂ ਨਹੀਂ ਸਕਦੇ?
ਮਹਾਰਾਜ ਕਹਿਣ ਲੱਗੇ, ਕਾਬਲ ਦੀ ਧਰਤੀ ਤੇ ਮੇਰਾ ਅਨੰਨ ਸਿੱਖ, ਮੇਰਾ ਪ੍ਰਾਣਾ ਤੋਂ ਪਿਆਰਾ ਸਿੱਖ ਭਾਈ ਗੋਂਦਾ ਉੱਥੇ ਸਮਾਧੀ ਵਿੱਚ ਬੈਠਾ, ਸਾਡੇ ਚਰਨਾਂ ਦੇ ਧਿਆਨ ਧਾਰੀ ਬੈਠਾਗਾ। ਉਹਨੇ ਸਾਡੇ ਇਸੇ ਸਰੂਪ ਦਾ, ਇਸੇ ਤਰ੍ਹਾਂ ਚੌਂਕੜਾ ਲਾਏ ਹੋਇਆਂ ਦਾ, ਚਰਨਾਂ ਦਾ ਧਿਆਨ ਧਾਰਿਆ ਹੋਇਆ। ਧਿਆਨ ਦੁਆਰਾ ਉਹਨੇ ਕਾਬਲ ਤੋਂ ਸਾਡੇ ਚਰਨ ਪਕੜੇ ਹੋਏ ਨੇ। ਜੇ ਅਸੀਂ ਚੌਂਕੜਾ ਖੋਲਾਂਗੇ, ਸਾਡੇ ਚਰਨ ਹਿੱਲਣਗੇ ਤੇ ਭਾਈ ਗੋਂਦੇ ਦਾ ਧਿਆਨ ਟੁੱਟ ਜਾਵੇਗਾ, ਉਹਨੂੰ ਖੇਦ ਹੋਵੇਗਾ। ਸਾਰੀ ਸੰਗਤ ਹੈਰਾਨ ਹੋ ਗਈ ਵੀ ਕਿੱਥੇ ਕਾਬਲ, ਕਿੱਥੇ ਪੰਜਾਬ ਦੀ ਧਰਤੀ। ਉੱਥੋਂ ਸਿੱਖ ਨੇ ਧਿਆਨ ਨਾਲ ਚਰਨ ਪਕੜੇ ਆ, ਇੱਥੇ ਮਹਾਰਾਜ ਦੇ ਚਰਨ ਫੜੇ ਹੋਏ ਆ ਕਿਵੇਂ? ਕੁਝ ਸਿੱਖਾਂ ਨੇ ਮਨ 'ਚ ਵਿਚਾਰ ਰੱਖੀ। ਕੁਝ ਸਮੇਂ ਬਾਅਦ, ਕਿਉਂਕਿ ਸੰਗਤਾਂ ਕੋਈ ਮਹੀਨੇ ਬਾਅਦ, ਕੋਈ 2 ਮਹੀਨਿਆਂ ਬਾਅਦ, ਨਹੀਂ ਤਾਂ ਸੰਗਤਾਂ ਸਾਲ ਸਮਾਹੀ ਤਾਂ ਹਰ ਕੋਈ ਗੁਰਸਿੱਖ ਦੀਵਾਲੀ ਤੇ ਆ ਕੇ, ਵਿਸਾਖੀ ਤੇ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੀਆਂ। ਜਦੋਂ ਭਾਈ ਗੋਂਦਾ ਕਾਬਲ ਤੋਂ ਸੰਗਤ ਦੇ ਜਥੇ ਸਮੇਤ ਆਇਆ ਤਾਂ ਸੰਗਤਾਂ ਨੇ ਦਿਨ ਤਰੀਕ ਪੁੱਛੀ ਉੱਥੋਂ ਦੀ ਸੰਗਤ ਨੂੰ, ਤਾਂ ਹੈਰਾਨ ਹੋ ਗਏ ਕਿ ਸੰਗਤਾਂ ਨੇ ਦੱਸਿਆ ਵੀ ਹਾਂ, ਉਸ ਦਿਨ ਭਾਈ ਗੋਂਦਾ ਵੀ ਅੰਮ੍ਰਿਤ ਵੇਲੇ ਤੋਂ ਲੈ ਕੇ ਸੰਧਿਆ ਦੇ ਇੱਕ ਸਮੇਂ ਤੱਕ ਸਮਾਧੀ ਵਿੱਚ ਹੀ ਬੈਠੇ ਰਹੇ। ਇਹ ਹੈ ਧਿਆਨ, ਸਤਿਗੁਰੂ ਸਰਗੁਣ ਸਰੂਪ ਦੇ ਚਰਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਿਰਗੁਣ ਦੇ ਚਰਨ ਕਿਹੜੇ ਨੇ? ਕਿਉਂਕਿ ਨਿਰਗੁਣ ਤਾਂ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ, ਜਿਹੇ ਰੂਪ ਰੰਗ ਅਰ ਰੇਖ ਭੇ ਕੋ ਕਹਿ ਨਾ ਸਕਤ ਕੇ। ਉਹ ਤਾਂ ਅਚਲ ਮੂਰਤ ਅਨਭਉ ਪ੍ਰਕਾਸ਼, ਉਹ ਤਾਂ ਐਸਾ ਸਰੂਪ, ਉਹਦਾ ਨਾ ਰੂਪ ਨਾ ਰੇਖ ਨਾ ਰੰਗ ਕਿਛ। ਤ੍ਰਿਹ ਗੁਣ ਤੇ ਪ੍ਰਭਿੰਨ, ਉਹਦਾ ਨਾ ਕੋਈ ਸਰੀਰ ਹੈ, ਨਾ ਕੋਈ ਰੂਪ ਹੈ, ਨਾ ਕੋਈ ਰੰਗ ਹੈ, ਨਾ ਕੋਈ ਚਿੱਤਰ ਹੈ। ਉਹਦੇ ਚਰਨ ਕਿਹੜੇ ਨੇ? ਉਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਪਾਵਨ ਬਾਣੀ, ਚਿੱਤ ਚਰਨ ਨਾਮ। ਸ਼ਬਦ ਦੇ ਚਰਨ, ਸ਼ਬਦ ਗੁਰੂ ਦੇ ਚਰਨ, ਹਿਰਦਾ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬਾਂਧਿਓ ਪਾਲ। ਸ਼ਬਦ ਰੂਪੀ, ਨਾਮ ਰੂਪੀ ਚਰਨ। ਕਿਉਂਕਿ ਸਤਿਗੁਰੂ ਜੀ ਨੇ ਸਿੱਖ ਨੂੰ, ਸਰੀਰ ਨੂੰ ਨਹੀਂ ਪ੍ਰਵਾਨ ਕੀਤਾ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਰਤੀ ਨੂੰ ਸਿੱਖ ਕਿਹਾਗਾ। ਸ਼ਬਦ ਦਾ ਧਿਆਨ ਧਾਰਨਾ ਸਿੱਖ ਨੇ, ਹੋਰ ਕਿਸੇ ਮੂਰਤੀ ਦਾ, ਹੋਰ ਕਿਸੇ ਵਸਤੂ ਦਾ ਧਿਆਨ ਸਿੱਖ ਨੇ ਨਹੀਂ ਧਾਰਨਾ। ਗੁਰੂ ਦੇ ਚਰਨਾਂ ਦਾ ਹੀ ਧਿਆਨ ਧਾਰਨਾ ਹੈ। ਧਿਆਨ ਧਾਰਨ ਬਾਬਤ ਵੀ ਕਈ ਗੁਰਮੁਖਾਂ ਜਗਿਆਸੂਆਂ ਦੇ ਬੜੇ ਸਵਾਲ ਹੁੰਦੇ ਆ। ਕਈ ਪੁੱਛਦੇ ਆ ਜੀ ਧਿਆਨ ਨਹੀਂ ਟਿਕਦਾ, ਧਿਆਨ ਕਿਵੇਂ ਲੱਗੇ ਜੀ? ਗੁਰਮੁਖਾਂ ਨੇ ਪੁਸਤਕਾਂ ਦੇ ਵਿੱਚ ਬੜੇ ਜ਼ਿਕਰ ਕੀਤੇ ਆ, ਅਭਿਆਸੀਆਂ ਤੋਂ ਸੁਣਿਆ। ਕਿਸੇ ਰਾਜੇ ਕੋਲ ਕਿਸੇ ਜਗਿਆਸੂ ਨੇ ਆ ਕੇ ਸਵਾਲ ਕੀਤਾ, ਜਨਕ ਰਾਜੇ ਜੈਸਾ ਰਾਜਾ ਸੁਣੀਦਾ ਸੀ ਕਿ ਤੁਸੀਂ ਬੜੇ ਕਮਾਈ ਵਾਲੇ ਹੋ, ਬੜੇ ਸਾਧਨਾ ਵਾਲੇ ਹੋ, ਬੜੇ ਬੰਦਗੀ ਵਾਲੇ ਸੁਣੀਦੇ ਹੋ, ਇੰਨੇ ਰਾਜ ਭਾਗ ਦੇ ਠਾਠ ਬਾਠ ਦੇ ਵਿੱਚ ਤੁਹਾਡਾ ਧਿਆਨ ਕਿਵੇਂ ਨਾਮ 'ਚ ਟਿਕਦਾ ਹੈ? ਤੁਸੀਂ ਕਿਵੇਂ ਨਿਰਲੇਪ ਰਹਿਣੇ ਹੋ ਮਾਇਆ ਤੋਂ? ਇਹ ਸਾਰੇ ਰਾਜ ਭਾਗ ਦੇ ਕਾਰਜ ਕਰਦਿਆਂ ਤਾਂ ਨਿਰਲੇਪ ਰਹਿਣਾ ਬੜਾ ਔਖਾ ਹੈ, ਨਾਮ ਧਿਆਨ ਲਾਉਣਾ ਬੜਾ ਔਖਾ ਹੈ। ਕਿਉਂਕਿ ਸਤਿਗੁਰੂ ਦਾ ਵੀ ਸਾਨੂੰ ਇਹੋ ਹੀ ਹੁਕਮ ਆ ਨਾ ਵੀ ਹੱਥਾਂ ਪੈਰਾਂ ਨਾਲ ਕੰਮ ਕਰਦਿਆਂ ਨਾਮ 'ਚ ਸੁਰਤ ਰੱਖਣੀ ਹੈ। ਕੰਮਕਾਰ ਨਹੀਂ ਛੱਡਣਾ, ਕਿਰਤ ਨਹੀਂ ਸਿੱਖ ਨੇ ਛੱਡਣੀ। ਸਿੱਖ ਨੇ ਵਿਹਲੜ ਨਹੀਂ ਬਣਨਾ, ਕਿਰਤ ਕਰਕੇ ਖਾਣੀ ਆ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਇਹ ਉਪਦੇਸ਼ ਦਿੱਤਾ ਸਾਨੂੰ। ਕਹਿਣ ਲੱਗੇ ਰਾਜਨ, ਤੁਹਾਡੇ ਬਾਬਤ ਸੁਣਿਆ ਵੀ ਬੜਾ ਤੁਹਾਡਾ ਧਿਆਨ ਪਰਪੱਕ ਹੈ, ਤੁਹਾਡਾ ਧਿਆਨ ਕਿਵੇਂ ਲੱਗ ਸਕਦਾ? ਸਾਨੂੰ ਯਕੀਨ ਨਹੀਂ ਆਉਂਦਾ। ਉਹ ਜਗਿਆਸੂ ਨੂੰ ਰਾਜਨ ਕਹਿਣ ਲੱਗਾ, ਤੁਸੀਂ ਅੱਜ ਦਾ ਦਿਨ ਸਾਡੇ ਕੋਲ ਰੁਕੋ, ਰਾਤਰੀ ਰਹੋ, ਸਵੇਰੇ ਤੁਸੀਂ ਇਸ਼ਨਾਨ ਪਾਨ ਕਰਕੇ ਆਉਣਾ ਦਰਬਾਰ 'ਚ, ਤੁਹਾਨੂੰ ਧਿਆਨ ਦੀ ਜੁਗਤੀ ਦੱਸਾਂਗੇ।
ਉਹਦੇ ਰਹਿਣ ਦਾ ਪ੍ਰਬੰਧ ਕੀਤਾ, ਰਾਤ ਕੱਟਣ ਲਈ ਉਹਨੂੰ ਕਮਰਾ ਦਿੱਤਾ ਗਿਆ। ਜਿਹੜਾ ਕਹਿੰਦੇ ਕਮਰਾ ਦਿੱਤਾ ਉਹ ਬੜਾ ਵਿਲੱਖਣ। ਰਾਜੇ ਨੇ ਐਸੀ ਜੁਗਤੀ ਵਰਤੀ, ਜਿੱਥੇ ਉਹਨੇ ਸੌਣਾ ਸੀ ਉਹ ਕਮਰਾ ਬੜਾ ਛੋਟਾ ਜਿਹਾ, ਕੇਵਲ ਉਹਦੇ ਵਿੱਚ ਇੱਕ ਮਨੁੱਖ ਲੇਟ ਹੀ ਸਕਦਾ ਹੈ, ਖੜਾ ਵੀ ਨਹੀਂ ਹੋ ਸਕਦਾ, ਆਸੇ ਪਾਸੇ ਵੀ ਨਹੀਂ ਹੋ ਸਕਦਾ। ਜਿੱਥੇ ਲੇਟਿਆ ਓਨੀ ਵੀ ਜਗ੍ਹਾ ਬਸ। ਉਹ ਥੱਕਿਆ ਹੋਇਆ ਸੀ, ਸਾਰੇ ਦਿਨ ਦਾ ਮਹਿਲ ਮਾੜੀਆਂ ਨੂੰ ਦਿਖਾਈਆਂ ਸਾਰੀਆਂ, ਹੰਬਿਆ ਹੋਇਆ। ਜਦੋਂ ਆ ਕੇ ਬਿਸਤਰ ਤੇ ਲੇਟਿਆ ਤਾਂ ਜਦੋਂ ਨੇਤਰ ਖੋਲ ਕੇ ਤਾਂ ਛੱਤ ਵੱਲ ਵੇਖਿਆ, ਇੱਕਦਮ ਤਰਾਹ ਨਿਕਲ ਗਿਆ। ਕੀ ਵੇਖਦਾ? ਛੱਤ ਦੇ ਉੱਪਰੋਂ ਇੱਕ ਸੂਤ ਦਾ ਕੱਚਾ ਧਾਗਾ ਲਟਕ ਰਿਹਾ ਹੈ, ਉਹਦੇ ਨਾਲ ਨੰਗੀ ਤਿੱਖੀ ਤਲਵਾਰ ਬੰਨੀ ਹੋਈ ਹੈ। ਉਹ ਦੇਖ ਕੇ ਜਦੋਂ ਉੱਠਣ ਲਈ ਬਾਹਰ ਨੂੰ ਝਾਕਿਆ ਤਾਂ ਬਾਹਰਲਾ ਬੂਹਾ ਬਾਹਰੋਂ ਬੰਦ ਕੀਤਾ ਜਾ ਚੁੱਕਿਆ। ਸਾਰੀ ਰਾਤ ਛੱਤ ਵੱਲ ਵੇਖਦਾ ਰਿਹਾ ਕਿ ਕਿਤੇ ਸੂਤ ਦਾ ਧਾਗਾ ਟੁੱਟ ਨਾ ਜਾਵੇ, ਤਲਵਾਰ ਟੁੱਟ ਕੇ ਮੇਰੇ ਉੱਤੇ ਨਾ ਡਿੱਗ ਪਵੇ। ਜੇ ਧਾਗਾ ਟੁੱਟ ਗਿਆ, ਤਲਵਾਰ ਡਿੱਗ ਪਈ, ਮੇਰੀ ਮੌਤ ਹੋ ਜਾਣੀ। ਸਾਰੀ ਰਾਤ ਬਤੀਤ ਹੋਈ, ਜਾਗਦਿਆਂ ਦੀ ਰਾਤ ਲੰਘੀ ਹੈ। ਸਵੇਰੇ ਇਸ਼ਨਾਨ ਪਾਨ ਕਰਕੇ ਜਦੋਂ ਬਾਦਸ਼ਾਹ ਦੀ ਕਚਹਿਰੀ ਵਿੱਚ ਆਇਆ, ਪੁੱਛਿਆ, ਰਾਜਨ ਕਹਿਣ ਲੱਗਿਆ, ਕਿਉਂ ਗੁਰਮੁਖਾ, ਕਿਸ ਤਰ੍ਹਾਂ ਦੀ ਤੇਰੀ ਰਾਤ ਬਤੀਤ ਹੋਈ? ਕਹਿਣ ਲੱਗਿਆ, ਜੀ ਕਾਹਦੀ ਰਾਤ, ਸਾਰੀ ਰਾਤ ਤਲਵਾਰ ਵਿੱਚ ਹੀ ਧਿਆਨ ਰਿਹਾ। ਹੱਸ ਕੇ ਰਾਜਾ ਕਹਿਣ ਲੱਗਿਆ, ਤੂੰ ਧਿਆਨ ਦਾ ਸਵਾਲ ਪੁੱਛਿਆ ਸੀ, ਤੈਨੂੰ ਧਿਆਨ ਦੀ ਜੁਗਤੀ ਸਿਖਾਉਣੀ ਸੀ। ਭੈਮਾਨ ਹੋ ਗਿਆ, ਇੱਕਦਮ ਹੈਰਾਨ ਹੋ ਕੇ ਕਹਿਣ ਲੱਗਿਆ, ਧਿਆਨ ਦੀ ਜੁਗਤੀ? ਰਾਜਾ ਕਹਿਣ ਲੱਗਿਆ, ਹਾਂ ਤੂੰ ਪੁੱਛਿਆ ਸੀ ਵੀ ਇੰਨੀ ਮਾਇਆ ਦੇ ਵਿੱਚ, ਐਸੇ ਠਾਠ ਵਾਠ ਚ ਤੁਸੀਂ ਧਿਆਨ ਕਿਵੇਂ ਲਾਉਣੇ ਹੋ ਨਾਮ ਚ। ਉਹ ਤੈਨੂੰ ਦਿਖਾਇਆ ਵੀ ਤੂੰ ਮਹਿਲ ਚ ਪਿਆ ਸੀ, ਆਲੇ ਦੁਆਲੇ ਤੇਰੇ ਛਕਣ ਛਕਾਉਣ ਵਾਲੇ ਪਦਾਰਥ ਪਏ ਸੀ, ਤੂੰ ਉਹਨਾਂ ਵੱਲ ਧਿਆਨ ਕੀਤਾ। ਕਹਿਣ ਲੱਗਿਆ, ਜੀ ਕਿਸੇ ਪਦਾਰਥ ਵੱਲ, ਕਿਸੇ ਮੇਵੇ ਵੱਲ, ਕਿਸੇ ਫਲ ਵੱਲ, ਕਿਸੇ ਪਦਾਰਥ ਵੱਲ ਧਿਆਨ ਨਹੀਂ ਗਿਆ। ਮੇਰਾ ਤਾਂ ਧਿਆਨ ਇਸੇ ਵੱਲ, ਤਲਵਾਰ ਵੱਲ ਹੀ ਸੀ ਵੀ ਕਿਤੇ ਧਾਗਾ ਟੁੱਟ ਨਾ ਜਾਵੇ। ਕੱਚਾ ਧਾਗਾ ਹੈ ਸੂਤ ਦਾ, ਜੇ ਟੁੱਟ ਗਿਆ ਤਲਵਾਰ ਮੇਰੇ ਆ ਕੇ ਵੱਜੇਗੀ ਤੇ ਮੇਰੀ ਮੌਤ ਹੋ ਜਾਣੀ ਹੈ। ਰਾਜਾ ਕਹਿਣ ਲੱਗਿਆ, ਬਸ ਇਹੀ ਧਿਆਨ ਹੈ। ਮੌਤ ਦਾ ਜਿੰਨਾ ਚਿਰ ਮਨੁੱਖ ਦੇ ਮਨ ਦੇ ਵਿੱਚ ਖਿਆਲ ਨਹੀਂ ਨਾ ਆਉਂਦਾ, ਉਹਨਾਂ ਚਿਰ ਧਿਆਨ ਨਹੀਂ ਟਿਕਦਾ। ਜਿੰਨਾ ਚਿਰ ਗੁਰੂ ਦਾ ਭੈ ਨਹੀਂ ਹੈ, ਗੁਰੂ ਦੇ ਹੁਕਮ ਨੂੰ ਨਹੀਂ ਮੰਨਦਾ, ਉਹਨਾਂ ਚਿਰ ਧਿਆਨ ਨਹੀਂ ਟਿਕਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਚਰਨ ਕਮਲ ਜਾ ਕਾ ਮਨ ਲੀਣਾ। ਗੁਰੂ ਦੇ ਸ਼ਬਦ ਰੂਪੀ ਚਰਨਾਂ ਦਾ, ਗੁਰੂ ਦੇ ਚਰਨਾਂ ਕਮਲਾਂ ਦਾ ਧਿਆਨ ਜਿਸ ਨੇ ਮਨ ਵਿੱਚ ਧਾਰਿਆ ਤੇ ਮਨ ਦੀਆਂ ਸੁਰਤੀਆਂ ਬਿਰਤੀਆਂ ਉਹ ਧਿਆਨ ਵਿੱਚ ਇੱਕਮਿਕ ਲੀਨ ਹੋ ਗਈਆਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੇ ਜਨ ਤ੍ਰਿਪਤ ਅਗਾਈ। ਉਹ ਜਨ, ਉਹ ਪ੍ਰਭੂ ਦੇ ਪਿਆਰੇ ਤ੍ਰਿਪਤ ਹੋ ਜਾਂਦੇ ਆ, ਅਗਾਈ ਰੱਜ ਜਾਂਦੇ ਆ। ਉਹਨਾਂ ਨੂੰ ਪਦਾਰਥਾਂ ਦੀ ਤ੍ਰਿਸ਼ਨਾ ਨਹੀਂ ਰਹਿੰਦੀ, ਉਹਨਾਂ ਦੇ ਅੰਦਰ ਭੁੱਖ ਨਹੀਂ ਰਹਿੰਦੀ। ਜਿਵੇਂ ਉਹ ਜਗਿਆਸੂ ਦੇ ਕੋਲ ਹੋਰ ਪਦਾਰਥ ਪਏ ਸੀ, ਉਹਦਾ ਧਿਆਨ ਪਦਾਰਥਾਂ ਵੱਲ ਨਹੀਂ ਗਿਆ, ਕੇਵਲ ਤਲਵਾਰ ਵੱਲ ਸੀ। ਇਵੇਂ ਜਿਨ੍ਹਾਂ ਦਾ ਧਿਆਨ ਵਿੱਚ ਮਨ ਇੱਕਮਿਕ ਹੋ ਜਾਂਦਾ ਹੈ, ਉਹ ਨਾਮ ਦੇ ਰਸ ਨਾਲ ਰੱਜ ਜਾਂਦੇ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤਾ ਜਿਚਰ ਹਰ ਰਸ ਪੱਲਾ ਨਾ ਪਾਏ। ਹਰ ਰਸ ਪਾਏ ਪੱਲਾ ਪੀਆ, ਬਹੁਣ ਨਾ ਤ੍ਰਿਸ਼ਨਾ ਲੱਗ ਆਏ। ਜਿਨ੍ਹਾਂ ਦੇ ਪੱਲੇ ਹਿਰਦੇ ਵਿੱਚ ਨਾਮ ਰਸ ਆ ਗਿਆ, ਉਹਨਾਂ ਨੂੰ ਫਿਰ ਤ੍ਰਿਸ਼ਨਾ ਦੀ ਭੁੱਖ ਨਹੀਂ ਲੱਗਦੀ, ਤ੍ਰੇਹ ਨਹੀਂ ਲੱਗਦੀ। ਉਹ ਪੁਰਖ, ਉਹ ਜਾਨ, ਉਹ ਪਿਆਰੇ ਸਤਿਗੁਰੂ ਜੀ ਕਹਿੰਦੇ, ਭਾਈ ਰੱਜ ਜਾਂਦੇ ਆ। ਗੁਣ ਅਮੋਲ ਜਿਸ ਹਿਰਦੈ ਨ ਵਸਿਆ। ਹਾਂ, ਇਦੂ ਉਲਟ ਜਿਨ੍ਹਾਂ ਦੇ ਹਿਰਦੇ ਵਿੱਚ ਮੁੱਲ ਤੋਂ ਰਹਿਤ ਅਮੋਲਕ
ਪ੍ਰਭੂ ਦਾ ਗੁਣਾਂ ਦਾ ਖਜ਼ਾਨਾ ਨਾਮ ਹਿਰਦੇ 'ਚ ਨਹੀਂ ਵਸਿਆ, ਏ ਨਰ ਤ੍ਰਿਸ਼ਨ ਤ੍ਰਿਖਾਈ। ਉਹ ਜਿਹੜੇ ਸੰਸਾਰੀ ਮਨੁੱਖ ਨੇ, ਮਨਮੁਖ ਨੇ, ਭਾਵੇਂ ਕਿੰਨੇ ਹੀ ਪਦਾਰਥ ਉਹਨਾਂ ਕੋਲ ਹੋਣ, ਫੇਰ ਵੀ ਤ੍ਰਿਸ਼ਨਾ ਦੇ ਵਹਿਣ 'ਚ ਵਹੇ ਰਹਿੰਦੇ ਆ। ਉਹਨਾਂ ਕੋਲੇ ਜੇ ਲੱਖ ਹੋ ਗਏ ਤਾਂ ਮਨ ਚਾਹੁੰਦਾ ਵੀ ਕਰੋੜ ਇਕੱਠਾ ਕਰ ਲਈਏ, ਜੇ ਕਰੋੜ ਆ ਗਿਆ ਤਾਂ ਮਨ ਚਾਹੁੰਦਾ ਵੀ ਅਰਬਾਂ ਇਕੱਠਾ ਕਰ ਲਈਏ, ਅਰਬਾਂ ਆ ਗਿਆ ਤਾਂ ਖਰਬਾਂ ਦੇ ਵੱਲ ਚੱਲ ਪੈਂਦੇ ਆ। ਅੱਜ ਦੇ ਸਮੇਂ ਦੇ ਵਿੱਚ, ਮਹਾਮਾਰੀ ਦੇ ਸਮੇਂ ਵਿੱਚ ਵੇਖੋ, ਇੱਕ ਪਾਸੇ ਪ੍ਰਭੂ ਦਾ ਪਿਆਰਾ ਸਿੱਖ ਹੈ, ਇੱਕ ਪਾਸੇ ਸੰਸਾਰੀ ਮਨੁੱਖ ਹੈ। ਦੋਵਾਂ ਦੀ ਵਿਰਤੀ ਦੇ ਵਿੱਚ ਕਿੰਨਾ ਫਰਕ ਆ ਵੇਖੋ। ਐਸੀ ਮਹਾਮਾਰੀ ਦੇ ਸਮੇਂ ਦੇ ਵਿੱਚ ਜਿੱਥੇ ਮਨੁੱਖ ਸਾਹ ਦੇ ਲਈ ਤੜਫ ਰਿਹਾ ਹੈ, ਸਾਹ ਦੇ ਲਈ ਆਕਸੀਜਨ ਨਹੀਂ ਮਿਲ ਰਹੀ, ਆਪਾਂ ਲੋਕਾਂ ਨੂੰ ਤੜਫਦੇ ਵੇਖਦੇ ਹਾਂ, ਸਿਲੰਡਰ ਭਾਲਦੇ ਵੇਖਦੇ ਹਾਂ, ਉੱਥੇ ਸਿੱਖਾਂ ਨੇ ਆਕਸੀਜਨ ਦੇ ਲੰਗਰ ਲਾ ਦਿੱਤੇ। ਜੇ ਕਿਤੇ ਲੰਗਰਾਂ 'ਚ ਚਾਹ ਪਿਆਉਂਦੇ ਸੀ, ਅੱਜ ਚਾਹ ਦੇ ਵੀ, ਸਾਹ ਦੇ ਵੀ ਲੰਗਰ ਲਾਤੇ। ਅੱਜ ਸਿੱਖਾਂ ਨੇ ਜਿੱਥੇ ਅੱਗੇ ਸ਼ਬਦ ਦੇ ਲੰਗਰ ਲਾਉਂਦੇ ਸੀ, ਜਿਹੜਾ ਸ਼ਬਦ ਆਤਮਾ ਦੀ ਖੁਰਾਕ ਹੈ, ਉੱਥੇ ਅੱਜ ਸਿੱਖਾਂ ਨੇ ਜੇ ਮਨੁੱਖ ਨੂੰ ਸਾਹ ਦੀ ਘਾਟ ਆਈ, ਆਕਸੀਜਨ ਦੇ ਵੀ ਲੰਗਰ ਲਾ ਦਿੱਤੇ। ਪਰ ਇੱਕ ਪਾਸੇ ਐਸੇ ਮਨਮੁਖ ਲੋਕ ਵੀ ਨੇ, ਉਹੋ ਹੀ ਸਿਲੰਡਰਾਂ ਦੀ ਕਾਲਾ ਬਾਜ਼ਾਰੀ ਕਰ ਰਹੇ ਆ। ਉਹੋ ਹੀ ਮਨੁੱਖ, ਐਸੇ ਮਨੁੱਖ ਨੇ ਜਿਹੜੇ ਥੋੜੀ ਥੋੜੀ ਕੁਝ ਸੌਆਂ ਦੀ ਦਵਾਈ ਹਜ਼ਾਰਾਂ 'ਚ ਵੇਚ ਰਹੇ ਆ, ਹਜ਼ਾਰਾਂ ਦੀ ਦਵਾਈ ਲੱਖਾਂ 'ਚ ਵੇਚ ਰਹੇ ਆ। ਤੇ ਇੱਕ ਪਾਸੇ ਤੁਹਾਡੀ ਸੰਗਤ ਦੀ ਜਥੇਬੰਦੀ, ਖਾਲਸੇ ਦੀ ਜਥੇਬੰਦੀ, ਨੁਮਾਇੰਦਾ ਜਥੇਬੰਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫ੍ਰੀ ਦਵਾਈਆਂ ਵੰਡ ਰਹੀ ਹੈ। ਫ੍ਰੀ ਕੋਵਿਡ ਸੈਂਟਰਾਂ ਦੇ ਵਿੱਚ ਸਾਰਾ ਇਲਾਜ ਹੋ ਰਿਹਾ ਹੈ, ਫ੍ਰੀ ਆਕਸੀਜਨ ਮਿਲ ਰਹੀ ਹੈ, ਫ੍ਰੀ ਲੰਗਰ ਖਾਣ ਪਾਣ ਦਾ, ਸਾਰਾ ਰਹਿਣ ਦਾ ਪ੍ਰਬੰਧ, ਸਭ ਕੁਝ ਫ੍ਰੀ ਹੋ ਰਿਹਾ ਹੈ। ਇੱਕ ਪਾਸੇ ਤੁਹਾਡੀ ਜਥੇਬੰਦੀ ਸਮੁੱਚੀ ਦੁਨੀਆ ਦੇ ਵਿੱਚ ਨਾਮ ਨਾ ਖੱਟ ਰਹੀ ਹੈ ਕਿ ਐਸੀ ਮਹਾਮਾਰੀ ਦੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖਾਂ ਦੀ ਸੰਗਤ ਦੀ ਜਥੇਬੰਦੀ ਮਹਾਮਾਰੀ ਦੇ ਵਿੱਚ ਲੋਕਾਂ ਦੀ ਫ੍ਰੀ ਸੇਵਾ ਕਰ ਰਹੀ ਹੈ। ਉੱਥੇ ਸਰਕਾਰਾਂ ਦੀ ਫਿੱਟ ਲਾਹਨਤਾਂ ਪੈ ਰਹੀਆਂ ਦੁਨੀਆ ਦੇ ਵਿੱਚ ਕਿ ਸਰਕਾਰਾਂ ਫੇਲ ਹੋ ਰਹੀਆਂ। ਅੱਜ ਅਨਮਤੀਏ ਲੋਕ, ਦੂਜੇ ਮਤਾਂ ਮਤਾਂਤਰਾਂ ਵਾਲੇ, ਦੂਜੇ ਧਰਮਾਂ ਵਾਲੇ ਕਹਿ ਰਹੇ ਆ, ਸੁਣਿਆ ਮੈਂ, ਕਿ ਜੇ ਸਿੱਖਾਂ ਨੂੰ ਰਾਜ ਦੇ ਦਿੱਤਾ ਜਾਵੇ ਤਾਂ ਧਰਤੀ ਤੇ ਕੋਈ ਵੀ ਭੁੱਖਾ ਨਾ ਸੌਂਵੇ, ਧਰਤੀ ਤੇ ਕੋਈ ਵੀ ਕੱਪੜੇ ਤੋਂ ਬਿਨਾਂ ਨੰਗਾ ਨਾ ਰਵੇ। ਅੱਜ ਦੂਜੇ ਮਤਾਂ ਦੇ ਲੋਕ ਵੀ ਸਿੱਖਾਂ ਦਾ ਰਾਜ ਮੰਗਣ ਲੱਗ ਪਏ। ਅੱਜ ਕੌਮ ਵਧਾਈ ਦੀ ਪਾਤਰ ਹੈ, ਜਿਹੜੀ ਕੌਮ 20 ਰੁਪਏ ਦੇ ਲੰਗਰ ਦੇ ਨਾਲ ਅੱਜ ਦੇਸ਼ ਵਿਦੇਸ਼ ਦੁਨੀਆ ਦੇ ਹਰ ਕੋਨੇ 'ਚ ਜਿੱਥੇ ਵੀ ਲੋੜ ਹੈ, ਉੱਥੇ ਸਿੱਖ ਗੁਰਸੰਗਤ ਜੀ ਲੰਗਰ ਚਲਾ ਰਹੇ ਆ। ਇੱਕ ਪਾਸੇ ਮਨਮੁਖ ਮਨੁੱਖ ਅਰਬਾਂ ਖਰਬਾਂ ਇਕੱਠੇ ਕਰਕੇ ਵੀ ਲੋਕਾਂ ਦੇ ਕੋਲ ਜਿਹੜੇ ਮਾਇਆ ਉਹਨੂੰ ਇਕੱਠੀਆਂ ਕਰਨ ਦੀਆਂ ਜੁਗਤਾਂ ਬਣਾ ਰਹੇ ਆ, ਕਾਨੂੰਨ ਬਣਾ ਰਹੇ ਆ ਕਾਲੇ। ਮੈਂ ਇਸ ਪਾਸੇ ਨਾ ਜਾਵਾਂ। ਸਤਿਗੁਰੂ ਮਹਾਰਾਜ ਕਹਿੰਦੇ, ਜਿਨ੍ਹਾਂ ਦੇ ਹਿਰਦੇ 'ਚ ਨਾਮ ਨਹੀਂ ਭਾਈ, ਉਹ ਤ੍ਰਿਸ਼ਨਾ ਕਰਕੇ, ਤ੍ਰਿਸ਼ਨਾ ਦੇ ਬਹਿਣ ਦੇ ਵਿੱਚ ਭੁੱਖੇ ਰਹਿੰਦੇ ਆ। ਤ੍ਰਿਸ਼ਨਾ ਦੀ ਤ੍ਰੇਹ ਉਹਨਾਂ ਨੂੰ ਹਮੇਸ਼ਾ ਦੁਖੀ ਕਰਦੀ ਹੈ। ਹਰਿ ਆਰਾਧੇ ਅਰੋਗ ਅਨਦਾਈ। ਮਹਾਰਾਜ ਅੱਗੇ ਬੇਨਤੀ ਕੀਤੀ, ਸਤਿਗੁਰੂ ਜੀ ਫਿਰ ਇਹ ਤ੍ਰਿਸ਼ਨਾ ਦਾ ਰੋਗ ਮਿਟੇ ਕਿਵੇਂ? ਕਿਰਪਾ ਕਰੋ। ਸਤਿਗੁਰੂ ਜੀ ਕਹਿੰਦੇ, ਹਰ ਆਰਾਧੇ ਅਰੋਗ ਆਨੰਦਾਈ। ਜੇ ਆਰੋਗਤਾ ਚਾਹੁੰਦੇ ਹੋ ਭਾਈ, ਆਨੰਦ ਚਾਹੁੰਦੇ ਹੋ, ਆਨੰਦਾਈ ਦਾ ਅਰਥ ਆਨੰਦ। ਜੇ ਆਨੰਦ ਚਾਹੁੰਦੇ ਹੋ, ਹਰ ਆਰਾਧੇ, ਹਰੀ ਵਾਹਿਗੁਰੂ ਦਾ ਨਾਮ ਜਪੋ। ਨਾਮ ਜਪਣ ਨਾਲ ਕੀ ਹੋਊ? ਰਸਨਾ ਗੁਣ ਗੋਪਾਲ ਨੇ ਲਗਾਇਣ, ਸਾਤ ਸਹਿਜ ਰਹੱਸ ਮਨਿ ਉਪਜਿਓ, ਸਗਲੇ ਦੁਖ ਭੁਲਾਇਣ। ਸਾਰੇ ਦੁੱਖ ਕੱਟੇ ਜਾਂਦੇ। ਨਾਮ ਜਪਣ ਦੇ ਨਾਲ ਸਤਿਗੁਰੂ ਮਹਾਰਾਜ ਕਹਿੰਦੇ, ਜਿੱਥੇ ਦੁੱਖ ਕੱਟੇ ਜਾਂਦੇ ਉੱਥੇ ਨਾਮ ਸੁਣਨ ਨਾਲ ਵੀ ਕੱਟੇ ਜਾਂਦੇ। ਜੇ ਕਿਸੇ ਤੋਂ ਭਾਈ ਜਪਿਆ ਨਹੀਂ ਜਾਂਦਾ ਤਾਂ ਨਾਮ ਨੂੰ, ਬਾਣੀ ਨੂੰ ਸੁਣ ਲਵੇ। ਸੁਣਿਆ ਦੁਖ ਪਾਪ ਕਾ ਨਾਸ। ਇਹ ਬਾਣੀ ਧੁਰ ਦਰਗਾਹ ਦੀ ਹੈ, ਇਹ ਅੰਮ੍ਰਿਤਮਈ ਬਾਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ
ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀ। ਜਿਨ੍ਹਾਂ ਨੇ ਗੁਰੂ ਦਾ ਨਾਮ ਜਪਿਆ ਉਹਨਾਂ ਦਾ ਮਨੁਆ ਸੀਤਲ ਸ਼ਾਂਤ ਹੋ ਜਾਂਦਾ ਹੈ। ਜਿਸ ਨੂੰ ਵਿਸਰੈ ਮੇਰਾ RAM ਸਨੇਹੀ। ਇਦੋਂ ਉਲਟ ਜਿਹਨੂੰ ਨਾਮ ਭੁੱਲ ਜਾਂਦਾ ਹੈ, ਸਾਰਿਆਂ ਨਾਲ ਸਨੇਹ ਕਰਨ ਵਾਲਾ, ਸਾਰਿਆਂ ਦੀ ਪਾਲਣਾ ਕਰਨ ਵਾਲਾ, ਪਿਆਰ ਕਰਨ ਵਾਲਾ ਵਾਹਿਗੁਰੂ ਜੀ ਨੂੰ ਭੁੱਲ ਜਾਂਦਾ ਹੈ, ਵਿਸਰਦਾ ਹੈ। ਇਸ ਲੱਖ ਬੇਦਨ ਜਾਣ ਆਈ। ਜਾਣੋ ਉਹਨੂੰ ਲੱਖਾਂ ਹੀ ਵੇਦਨਾ, ਲੱਖਾਂ ਹੀ ਪੀੜਾ ਪੈਦਾ ਹੋ ਜਾਂਦੀਆਂ, ਹਰ ਵਿਸਰਤ ਸਦਾ ਖੁਆਰੀ। ਉਹ ਮਨੁੱਖ ਭਾਵੇਂ ਨਵਾਂ ਖੰਡਾਂ ਦਾ ਰਾਜਾ ਕਿਉਂ ਨਾ ਹੋਵੇ, ਉਹਦੇ ਕੋਲ ਮਹਾਰਾਜ ਕਹਿੰਦੇ ਮਾਤੇ ਮਤੰਗ ਜਰੇ ਜਲ ਸੰਗ ਅਨੂਪ ਤੰਗ ਸੁਰੰਗ ਸਵਾਰੇ। ਕੋਟ ਤੁਰੰਗ ਕੁਰੰਗ ਸੇ ਕੂਦਤ ਪਵਨ ਕੇ ਗੌਨ ਕੋ ਜਾਤ ਨਿਵਾਰੇ। ਭਾਰੀ ਭੁਜਾਨ ਕੇ ਭੂ ਭਲੇ ਵਿਦ ਨਿਆਵਤ ਸੀਸ ਨ ਜਾਤ ਵਿਚਾਰੇ। ਏਤੇ ਭਏ ਤੋ ਕਹਾਂ ਭੈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਭਾਵੇਂ ਸਾਰੀ ਦੁਨੀਆ ਦਾ ਬਾਦਸ਼ਾਹ ਹੋਵੇ, ਭਾਵੇਂ ਸਾਰੇ ਦੁਨੀਆ ਦੇ ਪਦਾਰਥ ਹੋਣ, ਪਰ ਉਹ ਅੰਦਰੋਂ ਫੇਰ ਵੀ ਅਸ਼ਾਂਤ ਹੋਵੇਗਾ, ਅੰਦਰੋਂ ਫੇਰ ਵੀ ਦੁਖੀ ਹੋਵੇਗਾ। ਜਿਵੇਂ ਜ਼ਿਕਰ ਆਉਂਦਾ ਹੈ, ਕਹਿੰਦੇ ਇੱਕ ਬਾਦਸ਼ਾਹ ਕਿਸੇ ਦੇਸ਼ ਨੂੰ ਜਿੱਤ ਕੇ ਸਮੁੰਦਰੀ ਬੇੜੇ ਰਾਹੀਂ ਕਿਨਾਰੇ ਤੇ ਉਤਰਦਾ ਹੈ। ਇੱਕ ਮਹਾਤਮਾ, ਇੱਕ ਫਕੀਰ ਰੇਤੇ ਦੇ ਉੱਪਰ ਲੇਟ ਰਿਹਾ ਹੈ, ਲੋਟਣੀਆਂ ਖਾ ਰਿਹਾ, ਆਪਣੇ ਆਨੰਦ 'ਚ, ਆਪਣੀ ਮਸਤੀ ਦੇ ਵਿੱਚ। ਵੇਖ ਕੇ ਬਾਦਸ਼ਾਹ ਨੂੰ ਹੱਸਦਾ ਹੈ, ਮੁਸਕਰਾਉਂਦਾ ਹੈ ਵੀ ਇਹ ਕੋਈ ਫੱਕਰ ਹੈ, ਕੋਈ ਕਮਲਾ ਹੈ। ਬਾਦਸ਼ਾਹ ਨੂੰ ਹੱਸਦਿਆਂ ਵੇਖ ਕੇ ਫਕੀਰ ਗੰਭੀਰ ਹੋ ਜਾਂਦਾ ਹੈ। ਜਦੋਂ ਫਕੀਰ ਗੰਭੀਰ ਹੁੰਦਾ, ਬਾਦਸ਼ਾਹ ਹੈਰਾਨ ਹੋ ਕੇ ਪੁੱਛਦਾ, ਕਹਿਣ ਲੱਗਿਆ ਤੂੰ ਕੌਣ ਹੈ? ਉਹ ਫਕੀਰ ਕਹਿਣ ਲੱਗਾ ਮੇਰੀ ਛੱਡ, ਤੂੰ ਦੱਸ ਕੌਣ ਹੈ? ਕਹਿਣ ਲੱਗਿਆ ਜੀ ਮੈਂ ਤਾਂ ਬਾਦਸ਼ਾਹ ਫਲਾਣੇ ਦੇਸ਼ ਦਾ। ਕਹਿੰਦਾ ਫਿਰ ਕੀ ਕਰਨ ਆਇਆ ਇੱਥੇ? ਦੱਸਿਆ ਵੀ ਮੈਂ ਦੇਸ਼ਾਂ ਨੂੰ ਜਿੱਤਣ ਤੇ ਯਾਤਰਾ ਤੇ ਨਿਕਲਿਆ ਹੋਇਆ। ਜਿਹੜਾ ਵੀ ਦੇਸ਼ ਮੇਰੇ ਅੱਗੇ ਆਉਂਦਾ ਹੈ, ਜੇ ਤਾਂ ਉਹ ਈਨ ਮੰਨ ਲੈਂਦਾ ਹੈ ਤਾਂ ਉਹਨਾਂ ਨੂੰ ਮੈਂ ਛੱਡ ਦਿੰਦਾ, ਨਹੀਂ ਫਿਰ ਆਪਣੀ ਫੌਜ ਦੁਆਰਾ ਉਹਨਾਂ ਨੂੰ ਜੰਗ ਦੁਆਰਾ ਜਿੱਤ ਲੈਣਾ। ਬਾਦਸ਼ਾਹ ਨੂੰ ਉਹ ਫਕੀਰ ਕਹਿਣ ਲੱਗਿਆ ਫਿਰ ਕਿੰਨੇ ਕੁ ਦੇਸ਼ ਜਿੱਤ ਲਏ? ਉਹ ਕਹਿਣ ਲੱਗਿਆ ਜੀ ਜਿੰਨੇ ਰਸਤੇ 'ਚ ਆਏ ਮੇਰੇ ਸਾਰੇ ਦੇਸ਼ ਜਿੱਤ ਲਏ। ਫਕੀਰ ਕਹਿਣ ਲੱਗਾ ਫਿਰ ਹੁਣ? ਕਹਿੰਦਾ ਹੁਣ ਆਹ ਜਿਹੜਾ ਦੇਸ਼ ਆ ਤੁਹਾਡਾ, ਇਹਨੂੰ ਜਿੱਤਣ ਆਇਆ। ਫਕੀਰ ਕਹਿਣ ਲੱਗਾ ਫਿਰ ਇਦੋਂ ਬਾਅਦ ਵਿੱਚ? ਕਹਿੰਦਾ ਜੀ ਜਦੋਂ ਇਹ ਦੇਸ਼ ਜਿੱਤ ਲਿਆ, ਇਦੋਂ ਬਾਅਦ 'ਚ ਫਿਰ ਅਗਲਾ ਦੇਸ਼ ਜਿੱਤੂਗਾ। ਫਕੀਰ ਕਹਿੰਦਾ ਫਿਰ ਉਦੋਂ ਬਾਅਦ ਵਿੱਚ? ਕਹਿੰਦਾ ਜੀ ਉਦੋਂ ਬਾਅਦ ਵਿੱਚ ਫਿਰ ਉਦੋਂ ਅਗਲਾ ਦੇਸ਼ ਜਿੱਤੂਗਾ। ਫਕੀਰ ਕਹਿੰਦਾ ਤੂੰ ਇਹ ਗੱਲ ਛੱਡ, ਤੂੰ ਦੱਸ ਵੀ ਅਖੀਰ ਵਿੱਚ ਕੀ ਕਰੇਗਾ? ਕਹਿੰਦਾ ਜਦੋਂ ਮੈਂ ਸਾਰੇ ਦੇਸ਼ ਜਿੱਤ ਲਏ ਫਿਰ ਆਰਾਮ ਨਾਲ ਬੈਠੂੰਗਾ, ਆਰਾਮ ਕਰੂੰਗਾ। ਫਕੀਰ ਕਹਿਣ ਲੱਗਿਆ ਤੂੰ ਮੇਰੇ ਤੇ ਹੱਸਦਾ ਸੀ ਵੀ ਇਹ ਰੇਤੇ ਤੇ ਲੋਟਣੀਆਂ ਖਾ ਰਿਹਾ ਹੈ, ਇਹ ਫਕੀਰ ਹੈ, ਇਹ ਕਮਲਾ ਹੈ, ਮੇਰੇ ਜਾਚੇ ਤਾਂ ਪਾਗਲ ਤਾਂ ਤੂੰ ਹੈ ਸਭ ਤੋਂ ਵੱਡਾ। ਬਾਦਸ਼ਾਹ ਹੈਰਾਨ ਹੋ ਗਿਆ ਵੀ ਮੈਨੂੰ ਸਾਰੀ ਦੁਨੀਆ ਨੂੰ ਜਿੱਤਣ ਵਾਲੇ ਨੂੰ ਪਾਗਲ ਕਹਿੰਦਾ। ਕਹਿੰਦਾ ਫੱਕਰ ਮੈਨੂੰ ਪਾਗਲ ਕਹਿ ਰਹੇ ਆ? ਮੈਂ ਪਾਗਲ ਕਿਵੇਂ? ਫਕੀਰ ਕਹਿਣ ਲੱਗਿਆ ਹੋਰ ਪਾਗਲ ਨਹੀਂ ਤੇ ਹੋਰ ਕੀ ਆ, ਸਾਰੀ ਦੁਨੀਆ ਦੇ ਵਿੱਚ ਇੰਨੇ ਸਿਪਾਹੀ, ਇੰਨੇ ਲੋਕ ਮਾਰੇ, ਇੰਨੀ ਮਾਰ ਧਾੜ ਕੀਤੀ, ਜਾਨ ਮਾਲ ਦਾ ਨੁਕਸਾਨ ਕੀਤਾ, ਇੰਨੀ ਮਾਰ ਕੁਟਾਈ ਕਰਕੇ ਅਖੀਰ ਨੂੰ ਜੇ ਆਰਾਮ ਕਰਨਾ ਹੈ ਤਾਂ ਮੇਰੇ ਵਾਂਗੂ ਪਹਿਲਾਂ ਹੀ ਕਿਉਂ ਨਾ ਆਰਾਮ ਕਰ ਲੈ। ਜੇ ਆਰਾਮ ਹੀ ਕਰਨਾ ਹੈ ਤਾਂ ਇੰਨੀਆਂ ਜੰਗਾਂ ਕਰਨ ਦੀ ਲੋੜ ਕੀ ਹੈ? ਭਾਵ ਜਿੰਨਾ ਚਿਰ ਮਨ ਦੇ ਵਿੱਚ ਸੰਤੋਖ ਨਹੀਂ ਆਉਂਦਾ, ਜਿੰਨਾ ਚਿਰ ਮਨ ਦੇ ਵਿੱਚ ਹਿਰਦੇ 'ਚ ਨਾਮ ਨਹੀਂ ਵਸਦਾ, ਉਹਨਾਂ ਚਿਰ ਮਨੁੱਖ ਦੀ ਦੌੜ ਨਹੀਂ ਮਿਟਦੀ। ਜਿਨ੍ਹਾਂ ਦੇ ਹਿਰਦੇ 'ਚ ਨਾਮ ਨਹੀਂ ਵਸਿਆ, ਪ੍ਰਭੂ ਦਾ ਪਿਆਰਾ ਨਾਮ ਨਹੀਂ ਵਸਿਆ ਹੋਇਆ, ਮਹਾਰਾਜ ਕਹਿੰਦੇ ਭਾਈ ਉਹ ਭਾਵੇਂ ਦੁਨੀਆ ਦੇ ਬਾਦਸ਼ਾਹ ਕਿਉਂ ਨਾ ਹੋਣ, ਲੱਖਾਂ ਹੀ ਪੀੜਾ ਉਹਨਾਂ ਨੂੰ ਪੈਂਦੀਆਂ ਹਨ।
ਵਿਸਰਾਮ ਦੇ ਕਰਕੇ ਹਜੂਰ ਫਰਮਾਉਂਦੇ ਨੇ। ਜਿਹ ਜਨ ਓਟ ਗਹੀ ਪ੍ਰਭ ਤੇਰੀ, हे ਪ੍ਰਭੂ ਵਾਹਿਗੁਰੂ, ਜਿਸ ਜਾਨੇ ਵੀ ਜਿਸ ਸੇਵਕ ਨੇ ਵੀ ਤੇਰੀ ਓਟ ਲਈ ਹੈ, ਚਰਨਾਂ ਦੀ ਸ਼ਰਨ ਲਈ ਸੇ ਹੈ, ਸੁਖੀਏ ਪ੍ਰਭ ਸਰਣੇ। हे ਪ੍ਰਭੂ ਜੀ ਤੇਰੀ ਸ਼ਰਨ ਵਿੱਚ ਉਹ ਸੁਖੀ ਨੇ। ਇਸ ਲਈ ਸਤਿਗੁਰੂ ਜੀ ਨੇ ਸਾਨੂੰ ਕਿਹਾ ਨਾ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਇਹ ਮੇਰੇ ਮਨਾ ਪ੍ਰਭੂ ਦੀ ਸ਼ਰਨ ਲੈ। ਪ੍ਰਭੂ ਦੀ ਸ਼ਰਨ ਲੈਣ ਨਾਲ ਹੋਵੇਗਾ ਕਿ ਜੇ ਸਿਮਰਤ ਗਨਕਾ ਸੀ ਉਧਰੇ, ਤਾਕੋ ਜਸੁਰ ਧਾਰੋ। ਜਾ ਕੇ ਸਿਮਰਨ, ਮਹਾਰਾਜ ਕਹਿੰਦੇ ਜਿਹਦੇ ਸਿਮਰਨ ਦੇ ਨਾਲ ਅਟਲ ਭਇਓ, ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ। ਫਿਰ ਕੱਲੇ ਅਟਲ ਨੂੰ ਹੀ ਬਖਸ਼ਿਸ਼ ਨਹੀਂ ਹੋਈ, ਧਰੂ ਨੂੰ ਹੀ ਬਖਸ਼ਿਸ਼ ਅਟਲ ਪਦਵੀ ਦੀ ਨਹੀਂ ਹੋਈ। ਮਹਾਰਾਜ ਕਹਿੰਦੇ ਭਾਈ ਕੱਲੀ ਗਨਕਾ ਤੇ ਹੀ ਬਖਸ਼ਿਸ਼ ਨਹੀਂ ਹੋਈ। ਜਬ ਹੀ ਸ਼ਰਨ ਗਹੀ ਕਿਰਪਾ ਨਿਧ, ਗਜ ਗ੍ਰਾਹ ਤੇ ਸੂਟਾ। ਉਹ ਭਾਵੇਂ ਪਸ਼ੂ ਜੂਨੀ ਸੀ, ਜੇ ਉਹਨੇ ਮਨ ਕਰਕੇ ਸ਼ਰਨ ਲਈ ਪਰਮੇਸ਼ਰ ਦੀ, ਤਾਂ ਇੱਕ ਛਿਨ ਦੇ ਵਿੱਚ ਤੰਦੂਏ ਦੇ ਤੰਦ ਕੱਟ ਕੇ ਉਹ ਗਜ ਹਾਥੀ ਦੀ ਰੱਖਿਆ ਕੀਤੀ। ਜਿਸਨੇ ਵੀ ਸ਼ਰਨ ਲਈ ਆ ਬੇਨਤੀ ਕੀਤੀ ਹੈ, ਸਤਿਗੁਰੇ ਆਇਓ ਸ਼ਰਨ ਤੁਹਾਰੀ। हे ਮਹਾਰਾਜ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਿਸਨੇ ਵੀ ਸ਼ਰਨ ਲਈ ਹੈ ਵਾਹਿਗੁਰੂ ਤੇਰੀ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੇ ਸੁਖੀਏ ਪ੍ਰਭ ਸ਼ਰਣੇ। ਉਹ ਤੇਰੀ ਸ਼ਰਨ ਵਿੱਚ ਪੈਣ ਕਰਕੇ ਸੁਖੀਏ, ਸੁਖ ਵਾਲੇ ਹੋ ਗਏ। ਜਿਹ ਨਰ ਬਿਸਰਿਆ ਪੁਰਖ ਵਿਦਾਤਾ, ਇਦੂ ਉਲਟ ਜਿਹੜੇ ਮਨਮੁਖ ਨੇ, ਜਿਨ੍ਹਾਂ ਨੂੰ ਵਿਧੀ ਦਾ ਰਚਨ ਵਾਲਾ ਵਿਧਾਤਾ ਪਰਮੇਸ਼ਰ ਪੂ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ, ਪੁਰਸ਼ਾਰਥ ਦੇ ਧਾਰਨ ਵਾਲਾ ਪੁਰਸ਼ ਪਰਮੇਸ਼ਰ ਵਾਹਿਗੁਰੂ ਜੋ ਹੈ, ਜਿਸ ਨੂੰ ਉਹ ਵਿਸਰਿਆਗਾ, ਭੁੱਲ ਗਿਆ ਹੈ, ਤੇ ਦੁਖੀਆ ਮਹਿ ਗਨਣੇ। ਉਹ ਦੁਖੀਆਂ ਦੇ ਵਿੱਚ ਉਹਨਾਂ ਦੀ ਗਿਣਤੀ ਹੁੰਦੀ ਹੈ। ਜਿਵੇਂ ਦੀਪਾਲਪੁਰ ਦੇ ਰਹਿਣ ਵਾਲਾ ਕੋੜੀ ਵੇਖੋ, ਜਿਸ ਵੇਲੇ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕਰਕੇ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਬਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਮਹਾਰਾਜ ਨੇ ਜਿਸ ਜਲ ਚ ਆਪ ਇਸ਼ਨਾਨ ਕੀਤਾ, ਉਸੇ ਜਲ ਚ ਉਹਦਾ ਇਸ਼ਨਾਨ ਕਰਕੇ ਕੋੜ ਦਾ ਰੋਗ ਮੇਟ ਦਿੱਤਾ। ਤਾਂ ਉਸਨੇ ਆਪਣੀ ਵਿਥਿਆ ਦੱਸੀ, ਮਹਾਰਾਜ ਮੈਂ ਇਸ ਇਲਾਕੇ ਦਾ ਸਭ ਤੋਂ ਅਮੀਰ ਸੀ, ਪਰ ਨਾਮ ਭੁੱਲਣ ਕਰਕੇ, ਕੁਸੰਗਤ ਹੋਣ ਕਰਕੇ ਆ ਮੈਨੂੰ ਅਸਾਧ ਰੋਗ ਲੱਗਿਆ। ਜਿੱਡਾ ਮਰਜੀ ਅਮੀਰ ਹੋਵੇ, ਜਿੱਡਾ ਮਰਜੀ ਧਨਾੜ ਪਦਾਰਥਾਂ ਵਾਲਾ ਹੋਵੇ, ਜੇ ਨਾਮ ਚੇਤੇ ਨਹੀਂ ਹੈ, ਨਾਮ ਨਹੀਂ ਜਪਦਾ, ਤਾਂ ਮਹਾਰਾਜ ਕਹਿੰਦੇ ਉਹਨੂੰ ਦੁਖੀਆਂ 'ਚ ਹੀ ਗਿਣੋ। ਸੱਤ ਘਰੇ ਦੇ ਰਹਿਣ ਵਾਲਾ, ਮਿੰਟ ਗੁਮਰੀ ਜ਼ਿਲ੍ਹੇ ਦੇ ਵਿੱਚ ਸੱਤ ਘਰਾ ਇੱਕ ਪਿੰਡ ਹੈ, ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਉੱਥੇ ਜਾਂਦੇ ਆ, ਜਗਤ ਜੀਆਂ ਨੂੰ ਤਾਰਦੇ ਆ, ਇੱਕ ਸਾਹੂਕਾਰ ਦੀ ਦੁਕਾਨ ਮੂਹਰੇ ਬੈਠਦੇ ਆ। ਭਾਈ ਮਰਦਾਨਾ ਵੇਖ ਕੇ ਦੁਕਾਨ ਦੇ ਵਿੱਚ ਵੀ ਸਾਹੂਕਾਰ ਵੱਡੇ ਗੱਦੀ ਤੇ ਬੈਠਾ ਹੈ, ਸਰਹਾਣਾ ਢੋ ਲਾਉਣ ਨੂੰ, ਆਸਰਾ ਲਾਉਣ ਨੂੰ ਸਰਹਾਣਾ ਲਾਇਆ ਹੋਇਆ, ਨੌਕਰ ਚਾਕਰ ਨੇ, ਬੜੇ ਲੋਕ ਗਾਹਕ ਨੇ। ਵੇਖ ਕੇ ਖੁਸ਼ ਹੋ ਕੇ ਭਾਈ ਮਰਦਾਨਾ ਕਹਿੰਦਾ ਮਹਾਰਾਜ ਇਹਦੇ ਵਰਗਾ ਸੁਖੀ ਬੰਦਾ ਨਹੀਂ ਕੋਈ ਹੋਣਾ। ਜਨਮ ਸਾਖੀ 'ਚ ਜ਼ਿਕਰ ਆਉਂਦਾ, ਮਹਾਰਾਜ ਕਹਿਣ ਲੱਗੇ ਮਰਦਾਨੇ ਆ ਤੈਨੂੰ ਭਲੇਖਾ, ਇਹਦੇ ਵਰਗਾ ਕੋਈ ਦੁਖੀ ਨਹੀਂ ਹੈ। ਕਹਿੰਦਾ ਮਹਾਰਾਜ ਨਹੀਂ, ਤੁਸੀਂ ਦੇਖੋ ਕਿੰਨੇ ਲੋਕ ਇਹਦੇ ਗਾਹਕ ਦੁਕਾਨ ਤੇ ਆ ਰਹੇ ਨੇ, ਸਮਾਨ ਖਰੀਦ ਕੇ ਜਾ ਰਹੇ ਆ, ਕਿੰਨੀ ਮਾਇਆ ਇਹਦੇ ਕੋਲ, ਕਿੰਨਾ ਪਦਾਰਥ ਹੈ, ਕਿੰਨਾ ਸੁੱਖ ਨਾਲ ਆਰਾਮ ਨਾਲ ਬੈਠਾ ਹੈ। ਮਹਾਰਾਜ ਕਹਿੰਦੇ ਇਹਦਾ ਹੱਸਦਾ ਮੁਖੜਾ ਨਾ ਵੇਖ, ਇਹਦੇ ਲਿਸਕ ਪੁਸਕ ਵਾਲੇ ਕੱਪੜੇ ਨਾ ਵੇਖ, ਇਹਦੇ ਅੰਦਰ ਨੂੰ ਫੋਲ ਕੇ ਵੇਖ। ਕਹਿੰਦਾ ਮਹਾਰਾਜ ਮੈਨੂੰ ਨਹੀਂ ਯਕੀਨ ਆਉਂਦਾ। ਮਹਾਰਾਜ ਕਹਿੰਦੇ ਨਹੀਂ ਯਕੀਨ ਆਉਂਦਾ ਮਰਦਾਨਿਆ, ਫਿਰ ਜਾ ਕੇ ਪੁੱਛ ਲੈ। ਜਦੋਂ ਜਾ ਕੇ ਪੁੱਛਿਆ ਵੀ ਸੇਠ ਜੀ ਮੇਰੇ ਮੁਰਸ਼ਦ ਆਏ ਨੇ, ਗੁਰੂ ਨਾਨਕ ਸੱਚੀ ਸਰਕਾਰ ਨਿਰੰਕਾਰ, ਮੈਂ ਉਹਨਾਂ ਨੂੰ ਕਿਹਾ ਵੀ ਤੂੰ ਸਭ ਤੋਂ ਸੁਖੀ ਆ, ਉਹ ਕਹਿੰਦੇ ਨਹੀਂ ਤੂੰ ਸਭ ਤੋਂ ਦੁਖੀ ਹੈ। ਜਦੋਂ ਉਹਨੇ ਇਹ ਸ਼ਬਦ ਸੁਣਿਆ ਵੀ ਤੂੰ ਸਭ ਤੋਂ ਸੁਖੀ ਆ, ਭੁੱਬ ਮਾਰ ਕੇ ਰੋ ਪਿਆ।
ਭਾਈ ਮਰਦਾਨਾ ਹੈਰਾਨ ਹੋ ਗਿਆ ਵੀ ਜਿਹੜਾ ਹਸੂ ਹਸੂ ਕਰਦਾ ਚਿਹਰਾ ਸੀ, ਇਹ ਤਾਂ ਗੁਰੂ ਨਾਨਕ ਸਾਹਿਬ ਦੀ ਗੱਲ ਸੱਚੀ ਆ ਵੀ ਵਿਖਾਵੇ ਮਾਤਰ ਹੀ ਹਸੂ ਹਸੂ ਕਰਦਾ ਹੈ। ਅੰਦਰੋਂ ਤਾਂ ਬੜਾ ਦੁਖੀ ਜਾਪਦਾ, ਭੁੱਬ ਮਾਰ ਕੇ ਰੋ ਪਿਆ। ਪੁੱਛਣ ਲੱਗਿਆ, ਸੇਠ ਜੀ ਰੋ ਕਿਉਂ ਰਹੇ ਹੋ? ਕਹਿਣ ਲੱਗਿਆ, ਪੁਰਖਾ ਐਸਾ ਤੇਰਾ ਕੌਣ ਮੁਰਸ਼ਿਦ ਆ ਜਿਹਨੇ ਮੇਰੇ ਹਿਰਦੇ ਦੀ ਜਾਣ ਲਈ? ਮੈਨੂੰ ਤਾਂ ਐਸਾ ਦੁੱਖ ਹੈ ਜਿਹੜਾ ਮੈਂ ਕਿਸੇ ਨੂੰ ਦੱਸ ਹੀ ਨਹੀਂ ਸਕਦਾ। ਭਾਈ ਮਰਦਾਨਾ ਕਹਿਣ ਲੱਗਿਆ, ਚੰਗਾ ਫਿਰ ਜਿਹਨੂੰ ਜਿਹੜਾ ਕੋਈ ਕਿਸੇ ਨੂੰ ਦੱਸ ਨਹੀਂ ਸਕਦਾ ਉਹ ਮੇਰੇ ਮੁਰਸ਼ਿਦ ਨੂੰ ਦੱਸ ਕੇ ਸੁਖੀ ਹੋ ਜਾਂਦਾ ਹੈ। ਚੱਲ ਤੂੰ ਮੇਰੇ ਮੁਰਸ਼ਿਦ ਦੇ ਚਰਨਾਂ ਦੀ ਸ਼ਰਨ ਵਿੱਚ ਚੱਲ। ਭਾਈ ਮਰਦਾਨਾ ਜੀ ਦੇ ਨਾਲ ਸੇਠ ਆਇਆ ਹੈ। ਉਹ ਸੇਠ ਨੇ ਆ ਕੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਉਹਦੇ ਸਿਰ ਤੇ ਹੱਥ ਰੱਖਿਆ, ਉਹਦਾ ਹਿਰਦਾ ਠਾਰਿਆ। ਭਾਈ ਮਰਦਾਨਾ ਕਹਿਣ ਲੱਗਿਆ, ਮਹਾਰਾਜ ਇਹਨੇ ਮੈਨੂੰ ਤਾਂ ਦੱਸਿਆ ਨਹੀਂ, ਆਪ ਜੀ ਪੁੱਛੋ ਇਹਨੂੰ ਕੀ ਦੁੱਖ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ। ਭਾਈ ਮਰਦਾਨੇ ਦੇ ਪੁੱਛਣ ਤੇ ਸਤਿਗੁਰੂ ਤਾਂ ਜਾਣੀ ਜਾਣ ਸੀ, ਉਹਨੇ ਆਪਣੀ ਐਸੀ ਵਿਥਿਆ ਦੱਸੀ ਜਿਹੜਾ ਕੋਈ ਪ੍ਰਗਟ ਤੌਰ ਤੇ ਕੋਈ ਦੱਸ ਹੀ ਨਹੀਂ ਸਕਦਾ। ਉਹਨੇ ਦੱਸਿਆ ਵੀ ਮੇਰੀ ਘਰ ਵਾਲੀ ਇੱਕ ਸਮੇਂ ਬਿਮਾਰ ਹੋ ਗਈ, ਅੰਤਲੇ ਸਮੇਂ ਤੇ ਸੀ ਉਹਨੇ ਮੈਥੋਂ ਬਚਨ ਲੈ ਲਿਆ ਵੀ ਅੱਗੇ ਤੂੰ ਵਿਵਾਹ ਨਹੀਂ ਕਰਾਏਗਾ। ਕਹਿਣ ਲੱਗਾ, ਮੈਂ ਬਚਨ ਦੇ ਦਿੱਤਾ ਪਰ ਮੇਰੀ ਘਰ ਵਾਲੀ ਨੂੰ ਯਕੀਨ ਨਾ ਆਇਆ। ਉਹਨੂੰ ਯਕੀਨ ਦਿਵਾਉਣ ਲਈ ਮੈਂ ਆਪਣੇ ਸਰੀਰ ਦਾ ਅੰਗ ਕੱਟ ਦਿੱਤਾ। ਕੁਝ ਸਮੇਂ ਬਾਅਦ ਕਹਿੰਦਾ ਉਹਦੀ ਮੌਤ ਤਾਂ ਹੋਈ ਨਹੀਂ, ਠੀਕ ਹੋ ਗਈ, ਪਰ ਉਹ ਵਿਭਚਾਰਨ ਹੋ ਗਈ, ਆਚਰਣ ਤੋਂ ਇਖਲਾਕ ਤੋਂ ਗਿਰ ਗਈ। ਹੁਣ ਮੈਂ ਦੁਖੀ ਹਾਂ, ਰੋਣਾ। ਤਾਂ ਸਤਿਗੁਰੂ ਮਹਾਰਾਜ ਕਹਿਣ ਲੱਗੇ, ਤੂੰ ਆਪਣੇ ਪਰਿਵਾਰ ਨੂੰ ਬੁਲਾ। ਉਹਨੇ ਆਪਣੀ ਘਰਵਾਲੀ ਨੂੰ ਬੁਲਾਇਆ ਤਾਂ ਸਤਿਗੁਰੂ ਜੀ ਨੇ ਜੋ ਬਾਣੀ 'ਚ ਸ਼ਬਦ ਆਉਂਦਾ ਨਾ, ਸਹੰਸਰ ਦਾਨ ਦੇ ਇੰਦਰ ਰੋਆਇਆ, ਪਰਸੁਰਾਮ ਰੋਵੈ ਘਰ ਆਇਆ, ਅਜੈ ਸਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਭਇਆ। ਇਹ ਸਾਰਾ ਸ਼ਬਦ ਸਤਿਗੁਰੂ ਜੀ ਨੇ ਉਚਾਰਨ ਕਰਕੇ ਉਹ ਬੀਬੀ ਦਾ ਜਿਹੜਾ ਅੰਦਰ ਦਾ ਵਿਕਾਰ ਸੀ ਉਹ ਸ਼ਾਂਤ ਕਰ ਦਿੱਤਾ। ਉਹਦੀ ਨਾਮ ਵਿੱਚ ਲਿਵਲਾ ਦਿੱਤੀ, ਸੁਰਤ ਟਿਕਾ ਦਿੱਤੀ। ਉਹ ਜਿਹੜਾ ਸੇਠ ਸੀ ਉਹਨੂੰ ਵੀ ਸਤਿਗੁਰੂ ਮਹਾਰਾਜ ਨੇ ਇਕਾਗਰਤਾ ਦੇ ਦਿੱਤੀ, ਬਖਸ਼ਿਸ਼ ਕਰ ਦਿੱਤੀ। ਸਤਿਗੁਰੂ ਜੀ ਨੇ ਜਣਾ ਦਿੱਤਾ ਵੀ ਜਿਨ੍ਹਾਂ ਨੂੰ ਨਾਮ ਵਿਸਰਿਆ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਖੀਆਂ ਮਹਿ ਗਣਨੇ। ਦੇਖਣ ਨੂੰ ਭਾਵੇਂ ਉਹਨਾਂ ਦੇ ਚਿਹਰੇ ਕਿੰਨੇ ਮਰਜ਼ੀ ਹਸੂ ਹਸੂ ਕਰਦੇ ਹੋਣ, ਪਰ ਉਹ ਦੁਖੀ ਹੁੰਦੇ ਆ, ਅੰਦਰੋਂ ਬਹੁਤ ਦੁਖੀ ਆ। ਦੁਖੀਆਂ ਦੇ ਵਿੱਚ ਉਹਨਾਂ ਦੀ ਗਿਣਤੀ ਆਉਂਦੀ ਹੈ ਜੀ ਗੁਰਮਾਨ ਪ੍ਰਭੂ ਲਿਵਲਾਈ। ਹਾਂ ਭਾਈ, ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨ ਕੇ, ਗੁਰੂ ਦਾ ਬਚਨ ਮੰਨ ਕੇ, ਸਿੱਖਿਆ ਮੰਨ ਕੇ ਪ੍ਰਭੂ ਦੇ ਨਾਮ ਵਿੱਚ ਲਿਵ ਲਾਈ ਆ, ਇਹ ਮਹਾ ਆਨੰਦ ਰਸ ਕਰਿਆ। ਉਹਨਾਂ ਨੂੰ ਮਹਾ ਆਨੰਦ ਜਿਹੜਾ ਕਦੇ ਵੀ ਨਹੀਂ ਮਿਟਦਾ, ਜਿਹਦੇ ਵਿੱਚ ਕਦੇ ਘਾਟਾ ਨਹੀਂ ਪੈਂਦਾ, ਕਦੇ ਟੋਟਾ ਨਹੀਂ ਆਉਂਦਾ, ਐਸਾ ਰਸ ਉਹਨਾਂ ਨੂੰ ਪ੍ਰਾਪਤ ਹੋਇਆ। ਜਿਹ ਪ੍ਰਭੂ ਵਿਸਾਰ ਗੁਰ ਤੇ ਬਿਮੁਖ ਖਾਈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪ੍ਰਭੂ ਦੇ ਨਾਮ ਨੂੰ ਵਿਸਾਰਿਆ, ਪ੍ਰਭੂ ਦੀ ਸਿੱਖਿਆ ਨੂੰ, ਸਤਿਗੁਰੂ ਦੀ ਸਿੱਖਿਆ ਨੂੰ ਵਿਸਾਰਿਆ, ਗੁਰੂ ਤੋਂ ਬੇਮੁਖ ਹੋਏ ਨੇ, ਇਹ ਨਰਕ ਘੋਰ ਮਹਿ ਪਰਿਆ। ਉਹ ਘੋਰ ਕਹੀਏ ਭਿਆਨਕ ਨਰਕਾਂ ਵਿੱਚ ਪੈਂਦੇ ਨੇ। ਜਿਤ ਕੋ ਲਾਇਆ ਤਿਤ ਹੀ ਲਾਗਾ। ਬ੍ਰਹਮ ਦ੍ਰਿਸ਼ਟੀ ਦੁਆਰਾ ਸਤਿਗੁਰੂ ਜੀ ਫਰਮਾਉਂਦੇ ਆ, ਜੀਵਾਂ ਦੇ ਵਸ ਵਿੱਚ ਕੁਝ ਨਹੀਂ। ਇਹ ਜਿੱਥੇ ਵੀ ਕਰਮਾਂ ਅਨੁਸਾਰ ਪ੍ਰਭੂ ਨੇ ਕਿਸੇ ਜੀਵ ਨੂੰ ਲਾਇਆ ਉੱਥੇ ਹੀ ਲੱਗਿਆ। ਐਸੋ ਹੀ ਵਰਤਾਰਾ। ਉਹ ਵਾਹਿਗੁਰੂ ਦੇ ਹੁਕਮ ਚ ਸਾਰੀ ਸ੍ਰਿਸ਼ਟੀ ਦਾ ਵਰਤਾਰਾ ਵਰਤ ਰਿਹਾ। ਨਾਨਕ ਸਹਿਬ ਕਰੀ ਸੰਤਨ ਕੀ। ਜਿਨ੍ਹਾਂ ਨੇ ਭਾਈ ਪ੍ਰਭੂ ਦੇ ਪਿਆਰੇ ਸਾਸ ਗਰਾਸ ਨਾਮ ਜਪਣ ਵਾਲੇ ਪ੍ਰਭੂ ਦੇ ਪਿਆਰੇ ਸੰਤਾਂ ਦੀ ਸਹਿ ਕਹੀਏ, ਉਹਨਾਂ ਦੀ ਪੱਗ ਡੰਡੀ ਪਕੜੀ ਹੈ, ਉਹਨਾਂ ਦੀ ਸਿੱਖਿਆ ਤੇ ਚੱਲੇ ਆ। ਹਿਰਦੈ ਭਏ ਮਗਨ ਚਰਨਾਰਾ। ਉਹਨਾਂ ਦੇ ਹਿਰਦੇ ਦੇ ਵਿੱਚ ਪ੍ਰਭੂ ਦੇ ਚਰਨ ਵਸ ਗਏ ਆ। ਜਿਨ੍ਹਾਂ ਨੇ ਕਿਸੇ ਗੁਰਮੁਖ ਦੀ ਨਾਮ ਜਪਣ ਵਾਲੇ ਦੀ ਸਿੱਖਿਆ ਨੂੰ ਮੰਨ ਲਿਆ ਨਾ, ਉਹ ਸਿੱਖਿਆ ਨੂੰ ਮੰਨ ਕੇ ਨਾਮ ਜਪਣ ਲੱਗੇ ਆ। ਇਹ ਨਹੀਂ ਵੀ ਪੁੱਛੀ ਗਏ ਆ, ਬਾਰ-ਬਾਰ ਪੁੱਛੀ ਜਾਂਦੇ ਆ, ਨਾਮ ਜਪਣਾ ਸ਼ੁਰੂ ਨਹੀਂ ਕੀਤਾ। ਅਕਸਰ ਸਾਡੀ ਇਹ ਘਾਟ, ਅਸੀਂ ਪੁੱਛੀ ਜਾਂਦੇ ਆ ਰਾਹ ਪਰ ਸ਼ੁਰੂ ਨਹੀਂ ਕਰਦੇ ਨਾਮ ਜਪਣਾ।
ਜਿਨ੍ਹਾਂ ਨੇ ਨਾਮ ਜਪਣਾ ਸ਼ੁਰੂ ਕਰ ਲਿਆ ਉਹਨਾਂ ਦੇ ਹਿਰਦੇ 'ਚ ਨਾਮ ਵਸ ਜਾਂਦਾ। ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਮੁੱਖ ਵਾਕ ਦੀ ਵਿਚਾਰ ਸੰਪੂਰਨ ਹੋਈ ਹੈ। ਆਓ ਜੋ ਲੜੀਵਾਰ ਵਿਚਾਰ ਪਾਵਨ ਅੰਗ 872 ਅੰਗ ਤੇ ਰਾਗ ਗੋਂਡ ਦੇ ਵਿੱਚ ਚੱਲ ਰਹੀ ਹੈ, ਸਰਵਣ ਕਰੀਏ ਜੀ। ਗੋਂਡ ਜੈਸੇ ਮੰਦਰ ਮਹਿ ਬਲ ਹਰ ਨਾ ਠਾਹਰੈ। ਭਗਤ ਕਬੀਰ ਜੀ ਦਾ ਇਹ ਪਾਵਨ ਸ਼ਬਦ ਸਤਿਗੁਰੂ ਜੀ ਫਰਮਾਉਂਦੇ ਨੇ, ਜੈਸੇ ਮੰਦਰ ਮਹਿ, ਜਿਵੇਂ ਮੰਦਰ ਮਕਾਨ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਬਲਹਰ ਨਾ ਠਾਹਰੈ। ਬਲਹਰ ਦਾ ਅਰਥ ਸਤੀਰ। ਸਿਆਣੇ ਸਰੀਰ ਬੈਠੇ ਹੋ, ਪੁਰਾਣੇ ਸਮਿਆਂ ਦੇ ਵਿੱਚ ਜਿਹੜੀਆਂ ਛੱਤਾਂ ਸੀ ਉਹ ਬਾਲਿਆਂ ਦੀਆਂ, ਕਾਨਿਆਂ ਦੀਆਂ, ਸਤੀਰਾਂ ਦੀਆਂ ਹੁੰਦੀਆਂ। ਅੱਜ ਕੱਲ੍ਹ ਭਾਵੇਂ ਸਰੀਆ, ਸੀਮੈਂਟ, ਗਾਡਰ ਪੈਣ ਲੱਗੇ, ਪਰ ਉਹ ਗਾਡਰਾਂ ਦੀ ਥਾਂ ਪੁਰਾਣੇ ਲੱਕੜਾਂ ਦੇ ਸਤੀਰ ਹੁੰਦੇ। ਜਿਵੇਂ ਉਹ ਸਤੀਰ ਤੋਂ ਬਿਨਾਂ ਕਹਿੰਦੇ ਮਕਾਨ ਨਹੀਂ ਟਿਕਦਾ। ਨਾਮ ਬਿਨਾ ਕੈਸੇ ਪਾਰ ਉਤਰੈ। ਇਸੇ ਤਰ੍ਹਾਂ ਭਾਈ ਨਾਮ ਤੋਂ ਬਿਨਾਂ ਕਿਵੇਂ ਪਾਰ ਉਤਾਰਾ ਹੋਵੇਗਾ। ਇਸੇ ਤਰ੍ਹਾਂ ਜਿਹੜਾ ਅੰਤःਕਰਨ ਹੈ, ਉਹ ਅੰਤःਕਰਨ ਰੂਪੀ ਸਰੀਰ ਦੇ ਵਿੱਚ, ਸੂਖਮ ਸਰੀਰ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਭਾਈ ਨਾਮ ਰੂਪੀ ਪ੍ਰਾਣ ਵਸਦੇ ਆ। ਨਾਮ ਰੂਪੀ ਸਤੀਰ ਤੋਂ ਬਿਨਾਂ ਕਿਵੇਂ ਟਿਕਾ ਹੋਣਾ ਹੈ। ਕੁੰਭ ਬਿਨਾ ਜਲ ਨਾ ਟਿਕਾਵੈ। ਜਿਵੇਂ ਕੁੰਭ ਘੜੇ ਤੋਂ ਬਿਨਾਂ ਜਲ ਨਹੀਂ ਟਿਕਦਾ। ਕਈ ਕਹਿੰਦੇ ਜੀ ਤਲਾਵਾਂ 'ਚ ਹੈਗਾ ਜਲ। ਇੱਥੇ ਕੁੰਭ ਦਾ ਅਰਥ ਹੈ, ਕੁੰਭ ਨਾਮ ਹੈ ਜਲ ਦਾ, ਭੰ ਨਾਮ ਹੈ ਆਸਰੇ ਦਾ, ਭਾਵ ਜਲ ਦਾ ਆਸਰਾ। ਜਲ ਦੇ ਆਸਰੇ ਤੋਂ ਬਿਨਾਂ ਜਿਵੇਂ ਪਾਣੀ ਜਲ ਨਹੀਂ ਟਿਕਦਾ। ਸਾਧੂ ਬਿਨ ਐਸੇ ਅਬਗਤ ਜਾਵੇ। ਐਵੇਂ ਗੁਰੂ ਧਾਰੇ ਤੋਂ ਬਿਨਾਂ ਭਾਈ ਮਨੁੱਖ ਮੁਕਤ ਨਹੀਂ ਹੋ ਸਕਦਾ, ਅਵਗਤ ਜਾਂਦਾ, ਗਤੀ ਨਹੀਂ ਹੁੰਦੀ। ਗੁਰਮੰਤਰ ਹੀਣਾ ਸਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟਨੈ। ਕੂਕਰਾ ਸੂਕਰਾ ਗਰਦ ਪਹਿ ਕਾਕਾ ਹੈ, ਸਰਪਨੈ ਤੁਲਖਲ ਹੈ। ਜਿਹਨੇ ਗੁਰੂ ਦਾ ਮੰਤਰ ਨਹੀਂ ਲਿਆ, ਗੁਰੂ ਵਾਲਾ ਨਹੀਂ ਬਣਿਆ, ਅੰਮ੍ਰਿਤ ਨਹੀਂ ਛਕਿਆ, ਗੁਰੂ ਨਹੀਂ ਧਾਰਨ ਕੀਤਾ, ਗੁਰਮੰਤਰ ਲੈ ਕੇ ਗੁਰਮੰਤਰ ਦਾ ਅਭਿਆਸ ਨਹੀਂ ਕੀਤਾ, ਉਹਨੂੰ ਇੰਨੀਆਂ ਜੂਨਾਂ ਭੋਗਣੀਆਂ ਪੈਂਦੀਆਂ। ਇਸ ਲਈ ਕਿਹਾ ਨਾ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਸਤਿਗੁਰੂ ਦਾ ਹੁਕਮ ਹੈ ਨਿਗੁਰੇਪਣੇ ਦੀ ਝੂਠ ਲਾਓ, ਨਹੀਂ ਤਾਂ ਇੰਨੀਆਂ ਜੂਨਾਂ ਭੋਗਣੀਆਂ ਪੈਣੀਆਂ। ਹੁਕਮ ਹੋਵੇਗਾ ਧਰਮਰਾਜ ਦਾ, ਤੈਨੂੰ ਭੇਜਿਆ ਸੀ ਸੰਸਾਰ 'ਚ, ਤੂੰ ਨਿਗੁਰਾ ਹੀ ਰਹੇ, ਜਾ ਹੁਣ ਤੂੰ ਇਹ ਜੂਨਾ ਭੋਗ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹਨੇ ਗੁਰੂ ਨੇ ਧਾਰਿਆ, ਗੁਰੂ ਤੋਂ ਬਿਨਾਂ ਉਹਦੀ ਗਤ ਨਹੀਂ ਹੁੰਦੀ, ਅਵਗਤ ਹੀ ਜਾਂਦਾ ਹੈ। ਚਾਰੋ ਤਿਸੈ ਜੋ RAM ਨਾ ਚੇਤੈ। ਐਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਰੀਰ ਕਿਸ ਅਰਥ ਉਹਨੂੰ ਸਾੜ ਦਿਓ, ਬਾਲ ਦਿਓ। ਐਸੀਆਂ ਚਿਤਵਨੀਆਂ, ਐਸੇ ਫੁਰਨੇ ਜਿਹੜੇ ਨਾਮ ਨਹੀਂ ਜਪਣਦੇ, ਉਹਨਾਂ ਨੂੰ ਸਾੜ ਦਿਓ। ਤਨ ਮਨ ਰਮਤ ਰਹਿ ਮਹਿ ਖੇਤੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਸੰਸਾਰ ਰੂਪੀ ਖੇਤ ਦੇ ਵਿੱਚ ਜਿਨ੍ਹਾਂ ਦਾ ਤਨ ਵੀ ਮਨ ਵੀ ਵਿਕਾਰਾਂ 'ਚ ਹੀ ਲੱਗਿਆ ਰਹਿੰਦਾ ਹੈ, ਉਹ ਐਸੇ ਵਿਕਾਰੀ ਫੁਰਨਿਆਂ ਨੂੰ ਭਾਈ ਸਾੜ ਦਿਓ, ਮੇਟ ਦਿਓ। ਬ੍ਰਹਮ ਅਗਨ ਦੁਆਰਾ ਉਹਨਾਂ ਨੂੰ ਸਾੜ ਕੇ ਮੇਟ ਕੇ ਨਾਮ 'ਚ ਚਿੱਤ ਲਾ ਲਓ। ਰਹਾਉ ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ, ਜੈਸੇ ਹਲ ਹਰ ਬਿਨਾ ਜਿਮੀ ਨਹੀਂ ਬੋਈਐ। ਜਿਵੇਂ ਕਿਰਸਾਨ ਤੋਂ ਬਿਨਾ, ਹਲ ਤੋਂ ਬਿਨਾ ਜ਼ਮੀਨ ਬੋਈ ਹੈ, ਭਾਵ ਜ਼ਮੀਨ ਬਾਹੀ ਨਹੀਂ ਜਾਂਦੀ, ਬੀਜੀ ਨਹੀਂ ਜਾਂਦੀ। ਸੂਤ ਬਿਨਾ ਕੈਸੇ ਮਣੀ ਪਰੋਈਐ। ਸੂਤ ਤੋਂ ਬਿਨਾ, ਧਾਗੇ ਤੋਂ ਬਿਨਾ ਕਿਵੇਂ ਮਣਕੇ ਪਰੋਏ ਜਾ ਸਕਦੇ ਆ ਮਾਲਾ ਵਿੱਚ। ਕੁੰਡੀ ਬਿਨ ਕਿਆ ਗੰਠ ਚੜਾਈਐ। ਜੇ ਕਿਸੇ ਨੇ ਮਣਕਿਆਂ ਦੇ ਵਿੱਚ ਧਾਗਾ ਪਰੋਣਾ ਹੋਵੇ ਤਾਂ ਧਾਗੇ ਦੇ ਸਿਰੇ ਨੂੰ ਕੁੰਡੀ ਚੜਾਉਣੀ ਪੈਂਦੀ ਹੈ। ਉਹ ਕੁੰਡੀ ਤੋਂ ਬਿਨਾ ਕਹਿੰਦੇ ਕਿਵੇਂ ਧਾਗਾ ਪਰੋਇਆ ਜਾ ਸਕਦਾ ਹੈ। ਸਾਧੂ ਬਿਨ ਤੈਸੇ ਅਬਗਤ ਜਾਈਐ। ਐਵੇਂ ਭਾਈ ਸਾਧੂ ਦੀ ਕੁੰਡੀ ਰੂਪੀ ਜੁਗਤੀ ਤੋਂ ਬਿਨਾ, ਜੁਗਤੀ ਕੀ ਹੈ? ਪੰਜਾਂ ਪਿਆਰਿਆਂ ਨੇ ਨਾਮ ਦੀ ਜੁਗਤੀ ਦਿੱਤੀ ਹੈ, ਜੋ ਉਹ ਜੁਗਤੀ ਤੋਂ ਬਿਨਾ ਭਾਈ ਮਨੁੱਖ ਅਵਗਤੀ ਜਾਂਦਾ, ਗਤੀ ਨਹੀਂ ਹੁੰਦੀ। ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਜਿਵੇਂ ਮਾਤਾ ਤੇ ਪਿਤਾ ਦੇ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮਾਤਾ ਤੇ ਪਿਤਾ ਦੇ ਸੰਜੋਗ ਤੋਂ ਬਿਨਾ ਬਾਲਕ ਦੀ ਉਤਪਤੀ ਨਹੀਂ ਹੁੰਦੀ। ਬਿੰਬ ਬਿਨਾ ਕੈਸੇ ਕੱਪੜੇ ਧੋਈ। ਬਿੰਬ ਤੋਂ ਭਾਵ ਜਲ, ਪਾਣੀ ਤੋਂ ਬਿਨਾ ਕਹਿੰਦੇ ਕੱਪੜੇ ਕਿਵੇਂ ਧੋਤੇ ਜਾ ਸਕਦੇ ਆ, ਭਾਵ ਨਹੀਂ ਧੋਤੇ ਜਾ ਸਕਦੇ। ਹੋਰ ਬਿਨਾ ਕੈਸੇ ਅਸਵਾਰ। ਮਹਾਰਾਜ ਕਹਿੰਦੇ ਕੋਈ ਕਵੇ ਵੀ ਮੈਂ ਅਸਵਾਰ ਆ, ਅਸਵਾਰ ਆ, ਕੋਈ ਪੁੱਛੇ ਵੀ ਤੂੰ ਘੋੜੇ ਤੇ ਤਾਂ ਚੜਿਆ ਨਹੀਂ, ਕਾਹਦਾ ਅਸਵਾਰ ਹੈ?
ਤੇਰੇ ਥੱਲੇ ਕੋਈ ਗੱਡੀ ਤਾਂ ਹੈ ਨਹੀਂ, ਕਾਹਦਾ ਤੂੰ ਸਵਾਰ ਹੈ? ਗੱਡੀ ਤੋਂ ਬਿਨਾ, ਅਸਵਾਰੀ ਤੋਂ ਬਿਨਾ, ਘੋੜੇ ਤੋਂ ਬਿਨਾ ਕਾਹਦਾ ਸਵਾਰ ਹੈ? ਸਾਧੂ ਬਿਨ ਨਾਹੀ ਦਰਬਾਰ। ਇਸੇ ਤਰ੍ਹਾਂ ਗੁਰੂ ਤੋਂ ਬਿਨਾ, ਪੂਰੇ ਪੁਰਖ ਤੋਂ ਬਿਨਾ ਉਹਦੇ ਦਰਬਾਰ ਸੱਚਖੰਡ ਦੇ ਵਿੱਚ ਥਾਂ ਨਹੀਂ ਮਿਲਦੀ, ਢੋਈ ਨਹੀਂ ਮਿਲਦੀ ਹੈ। ਜੈਸੇ ਬਾਜੇ ਬਿਨ ਨਹੀਂ ਲੀਜੈ ਫੇਰੀ। ਜਿਵੇਂ ਕਹਿੰਦੇ ਕੋਈ ਕਹੇ ਵੀ ਮੈਂ ਨੱਚੂਗਾ ਤਾਲ ਦੇ ਵਿੱਚ, ਪਰ ਜਿੰਨਾ ਚਿਰ ਬਾਜਾ ਨਹੀਂ ਵੱਜਦਾ, ਕੋਲੇ ਸਾਜ਼ ਨਹੀਂ ਵੱਜਦਾ, ਉਹ ਤਾਲ ਦਾ ਗਿਆਨ ਕਿਵੇਂ ਹੋਊਗਾ? ਬਾਜੇ ਤੋਂ ਬਿਨਾ ਜਿਵੇਂ ਕਹਿੰਦੇ ਤਾਲ ਦੇ ਵਿੱਚ ਨੱਚਿਆ ਨਹੀਂ ਜਾ ਸਕਦਾ। ਕਸਮ ਦੁਹਾਗਨ ਤਜ ਔਹੇਰੀ। ਜਿਵੇਂ ਖਸਮ ਤੋਂ ਛੁੱਟੜ ਜਿਹੜੀ ਇਸਤਰੀ ਹੈ, ਦੁਹਾਗਣ ਹੈ, ਉਹ ਥਾਂ ਥਾਂ ਮੂੰਹ ਮਾਰਦੀ ਹੈ, ਥਾਂ ਥਾਂ ਭਟਕਦੀ ਹੈ, ਭਰਮਦੀ ਹੈ। ਕਹਿ ਕਬੀਰ ਕਹਿ ਕਰ ਕਰਨਾ। ਇਸੇ ਤਰ੍ਹਾਂ ਕਹਿੰਦੇ ਜਿਹੜਾ ਮਨਮੁਖ ਆ ਉਹ ਥਾਂ ਥਾਂ ਭਟਕਦਾ ਹੈ, ਦੁਆਰਿਆਂ ਦੁਆਰ ਸਵਾਨ ਜਿਉਂ ਫਿਰਤ। ਜਿਵੇਂ ਦੁਆਰਿਆਂ ਦੁਆਰਿਆਂ ਤੇ ਕਹਿੰਦੇ ਕੂਕਰ ਕੁੱਤਾ ਮੂੰਹ ਮਾਰਦਾ ਫਿਰਦਾ ਹੈ, ਐਵੇਂ ਜੀਵ ਮਨਮੁਖ ਭਟਕਦਾ ਗੁਰੂ ਤੋਂ ਬਿਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਸੇ ਤਰ੍ਹਾਂ ਭਗਤ ਕਬੀਰ ਜੀ ਕਹਿੰਦੇ ਕਹਿ ਕਬੀਰ ਇੱਕ ਹੈ, ਇੱਕ ਹੈ ਇੱਕ ਤੋਂ ਭਾਵ ਜਿਸ ਇੱਕ ਦੇ ਸਾਨੂੰ ਲੜ ਲਾਇਆ, ਇੱਕ ਓੰਕਾਰ ਸਾਨੂੰ ਬਖਸ਼ਿਸ਼ ਕੀਤਾ। ਕਿਉਂਕਿ ਪਹਿਲਾਂ ਓਮ ਸ਼ਬਦ ਜਿਹੜਾ ਸੀ, ਓਮ ਸੀ, ਉਹ 33 ਕਰੋੜ ਦੇਵਤਿਆਂ ਦਾ ਵਾਚਕ ਸੀ। ਉਹ ਕਹਿੰਦੇ ਸੀ ਇੱਕ ਪੈਦਾ ਕਰਨ ਵਾਲਾ ਬ੍ਰਹਮ ਹੈ, ਇੱਕ ਪਾਲਣ ਵਾਲਾ ਵਿਸ਼ਨੂੰ ਹੈ, ਇੱਕ ਲੈਤਾ ਕਰਨ ਵਾਲਾ ਕਹਿੰਦੇ ਸ਼ਿਵ ਜੀ ਹੈ। ਮਹਾਰਾਜ ਕਹਿੰਦੇ ਨਹੀਂ ਭਾਈ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ, ਉਹ ਵੇਖੈ। ਉਹ ਵਾਹਿਗੁਰੂ ਇਹਨਾਂ ਨੂੰ ਵੇਖਦਾ, ਉਹ ਇੱਕ ਹੈ ਵੇਖਣ ਵਾਲਾ। ਉਹਨਾਂ ਨਜ਼ਰ ਨਾ ਆਵੇ ਪਰ ਇਹਨਾਂ ਨੂੰ ਉਹ ਦੀਂਦਾ ਨਹੀਂ ਹੈ। ਬਹੁਤਾ ਇਹੋ ਬਿਠਾਣੇ, ਬੜੀ ਅਚਰਜ ਗੱਲ ਹੈ। ਉਹ ਨਾ 3 ਰੂਪ ਹੈ, ਨਾ 33 ਕਰੋੜ ਰੂਪ ਹੈ। ਮਹਾਰਾਜ ਕਹਿੰਦੇ ਉਹ ਤਾਂ ਇੱਕ ਹੈ। ਉਸੇ ਇੱਕ ਨੂੰ ਇੱਕ ਕਰ ਕਰਨਾ, ਉਸੇ ਇੱਕ ਨੂੰ ਕਰ ਤੂੰ। ਜਿਵੇਂ ਸੁਹਾਗਣ ਇੱਕ ਪਤੀ ਨੂੰ ਕਰਦੀ ਹੈ ਨਾ, ਤਾਂ ਉਮਰ ਸੁਹਾਗਣ ਰਹਿੰਦੀ ਹੈ, ਇੱਕ ਪਤੀ ਦੇ ਆਸਰੇ ਰਹਿੰਦੀ ਹੈ, ਆਚਰਣ ਚ ਪੂਰੀ ਰਹਿੰਦੀ ਹੈ, ਪਤੀਵ੍ਰਤਾ ਧਰਮ ਚ ਪੱਕੀ ਰਹਿੰਦੀ ਹੈ। ਇਵੇਂ ਤੂੰ ਇੱਕ ਵਾਹਿਗੁਰੂ ਦੀ ਸ਼ਰਨ ਲੈ, ਮਨ ਕਰਕੇ ਉਹ ਇੱਕ ਦੀ ਓਟ ਲੈ, ਇੱਕ ਨੂੰ ਧਾਰਨ ਕਰ। ਗੁਰਮੁਖ ਹੋਏ ਬਾਹੁਰ ਨਹੀਂ ਮਰਨਾ। ਹਾਂ, ਜਿਹੜਾ ਗੁਰਮੁਖ ਹੋ ਗਿਆ, ਗੁਰੂ ਦੇ ਮੁਖ ਦੁਆਰਾ ਜਿਹਨੇ ਨਾਮ ਲੈ ਕੇ ਨਾਮ ਨੂੰ ਜਪਿਆ, ਗੁਰਮੁਖ ਅਵਸਥਾ ਦਾ ਧਾਰਨੀ ਹੋ ਗਿਆ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ। ਜਿਹਦੀ ਐਸੀ ਅਵਸਥਾ ਬਾਹੁਰ ਨਹੀਂ ਮਰਨਾ, ਉਹ ਫਿਰ ਜੰਮਣ ਮਰਨ ਦੇ ਚੱਕਰ ਚੋਂ ਨਿਕਲ ਜਾਂਦਾ। ਇਹ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਕਰਵਾਈ ਹੈ। ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਦਾ ਬਖਸ਼ ਲੈਣਾ ਜੀ। ਅੱਗੇ ਤੋਂ ਕਿਰਪਾ ਕਰਨੀ ਜੀ। ਜੈਸੇ ਬਾਜੇ ਬਿਨ ਨਹੀਂ ਲੀਜੈ ਫੇਰੀ, ਖਸਮ ਦੁਹਾਗਨ ਤਜ ਔਹੇਰੀ। ਕਹਿ ਕਬੀਰ ਏਕੈ ਕਰ ਕਰਨਾ, ਗੁਰਮੁਖ ਹੋਏ ਬਾਹੁਰ ਨਹੀਂ ਮਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।